ਬਾਬਾ ਜੀ ਤੁਹਾਡਾ ਪਹਿਲੇ ਸਥਾਨ ਨਾਲ ਦਿਲ ਭਰੋਂ ਧੰਨਵਾਦ ਬਾਬਾ ਜੀ। ਤੁਸੀਂ ਮੈਨੂੰ ਸੇਵਾ ਦਾ ਮੌਕਾ ਬਖਸ਼ਿਆ। ਬਾਬਾ ਜੀ ਮੈਂ ਜਦੋਂ ਪੜ੍ਹਾਈ ਕਰਦੀ ਹਾਂ ਤਾਂ ਮੇਰਾ ਪੜ੍ਹਾਈ 'ਚ ਨਹੀਂ ਦਿਲ ਲੱਗਦਾ, ਪਰ ਸਿਮਰਨ ਕਰਦੀ ਸਿਮਰਨ ਨੂੰ ਲੱਗ ਪੈਂਦਾ। ਮੈਂ ਕੀ ਕਰਾਂ? ਇਹ ਤਾਂ ਬਹੁਤ ਚੰਗੀ ਗੱਲ ਹੈ ਬੇਟਾ, ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਜੇ ਆਪਾਂ ਮਾਲਕ ਦੇ ਨਾਲ ਰਿਸ਼ਤਾ ਜੋੜਨ ਵੇਲੇ ਉਹਦੇ ਵਿੱਚ ਸਾਡਾ ਦਿਲ ਲੱਗਦਾ ਹੈ ਤਾਂ ਚੰਗੀ ਗੱਲ ਹੈ। ਮਗਰ ਨਾਲ ਆਪਾਂ ਇਹ ਵੀ ਤਾਂ ਸੋਚਣਾ ਬੇਟਾ ਕਿ ਜੇ ਮਾਲਕ ਨੇ ਭੇਜਿਆ ਹੈ, ਕੋਈ ਜ਼ਿੰਮੇਵਾਰੀ ਲੈ ਕੇ ਭੇਜਿਆ ਬੇਟਾ, ਉਹ ਜ਼ਿੰਮੇਵਾਰੀ ਤਾਂ ਆਪਾਂ ਪੂਰੀ ਕਰਨੀ ਹੈ। ਪੈਰਾਂ ਦੇ ਉੱਤੇ ਖੜੇ ਹੋਵਾਂਗੇ ਤਾਂ ਹੀ ਤਾਂ ਉਹਨੂੰ ਨਿਭਾ ਪਾਵਾਂਗੇ ਨਾ। ਸੋ ਇਸ ਕਰਕੇ ਥੋੜ੍ਹਾ ਜਿਹਾ ਧਿਆਨ ਜ਼ਰੂਰ ਪੜ੍ਹਾਈ ਨੂੰ ਦੇਈਏ ਬੇਟਾ ਕਿ ਆਪਾਂ ਜ਼ਿੰਮੇਵਾਰੀਆਂ ਵੀ ਨਿਭਾ ਸਕੀਏ। ਬਾਬਾ ਜੀ ਇਹ ਜਿਹੜੀ ਸਾਨੂੰ ਸੇਵਾ ਹੁਣ ਮਿਲਦੀ ਪਈ ਹੈ ਇਹ ਮੁਸ਼ਕਿਲ ਘੜੀ ਵਿੱਚ, ਕੀ ਸਾਡਾ ਇਹ ਪਿਛਲੇ ਜਨਮ ਦਾ ਕੋਈ ਚੱਕਰ ਹੈਗਾ? ਬੇਟਾ ਦੁੱਖ ਸੁੱਖ ਹੈ ਹੀ ਪਿਛਲੇ ਜਨਮ ਦੇ ਚੱਕਰ ਬੇਟਾ। ਕਰਮਾਂ ਦਾ ਹਿਸਾਬ ਕਿਤਾਬ ਹੈ, ਠੀਕ ਹੈ ਨਾ। ਕਰਮੋ ਆਪੋ ਆਪਣੀ ਕਿ ਨੇੜੇ ਕਿ ਨੂੰ ਦੂਰ। ਸੋ ਆਪਾਂ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਹੈ। ਹੁਣ ਇਹ ਕਰਮ ਕੋਈ ਆਪਣੇ ਤੋਂ ਲੈ ਨਹੀਂ ਸਕਦਾ, ਨਾ ਹੀ ਸਾਨੂੰ ਕੋਈ ਦੇ ਸਕਦਾ ਹੈ। ਸਾਡੇ ਕਰਮ ਹੈ। ਹੁਣ ਹੱਸਦੇ ਹੱਸਦੇ ਇਹਨਾਂ 'ਚੋਂ ਗੁਜ਼ਰ ਜਾਵਾਂਗੇ, ਬੜੇ ਆਰਾਮ ਦੇ ਨਾਲ ਅਸੀਂ ਅੱਗੇ ਨਿਕਲ ਜਾਵਾਂਗੇ। ਸਿਰ ਫੜ ਕੇ ਬਹਿ ਜਾਵਾਂਗੇ ਬੇਟਾ, ਬੋਝ ਹੋਰ ਉੱਤੇ ਚੜ੍ਹ ਜਾਊਗਾ। ਹਿਸਾਬ ਕਿਤਾਬ ਤਾਂ ਫਿਰ ਵੀ ਦੇਣਾ ਹੈਗਾ। ਬਾਬਾ ਜੀ ਨਾਮਦਾਨ ਦੀ ਬਖਸ਼ਿਸ਼ ਮੇਰੇ ਪਰ ਹੱਥ। ਬਾਬਾ ਜੀ ਕਈ ਵਾਰੀ ਮਨ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦਾ, ਕੁਝ ਵੀ ਸਮਝ ਨਹੀਂ ਲੱਗਦਾ, ਮਤਲਬ ਬਿਲਕੁਲ ਵੀ ਕੰਟਰੋਲ ਨਹੀਂ ਰਹਿੰਦਾ ਕਿ ਉਹਨੂੰ ਕਿਵੇਂ ਕੰਟਰੋਲ ਕਰੀਏ। ਬੇਟਾ ਇਸੇ ਕਰਕੇ ਤਾਂ ਭਜਨ ਸਿਮਰਨ ਦਿੱਤਾ ਗਿਆ। ਮਨ ਤਾਂ ਬਾਗੀ ਹੋ ਗਿਆ। ਭਜਨ ਸਿਮਰਨ ਦੇ ਵੱਲ ਆਪਾਂ ਆਏ ਹਾਂ ਕਿ ਆਪਾਂ ਇਹਦੀ ਬਾਗਡੋਰ ਆਪਣੇ ਹੱਥ ਵਿੱਚ ਲਈਏ। ਅਸੀਂ ਕਹਿੰਦੇ ਜਦੋਂ ਮਨ ਕਾਬੂ ਆ ਜਾਊਗਾ ਫਿਰ ਕਰਾਂਗੇ, ਫਿਰ ਤਾਂ ਲੋੜ ਹੀ ਨਹੀਂ ਰਹਿਣੀ। ਲੋੜ ਤਾਂ ਹੁਣ ਹੈ ਕਿ ਇਹਨੂੰ ਕਾਬੂ ਕਿਵੇਂ ਕਰੀਏ। ਸੋ ਬੇਟਾ ਲਜ਼ਤਾਂ ਦਾ ਆਸ਼ਿਕ ਹੈ, ਪੁੱਠੇ ਪਾਸੇ ਲੱਗ ਗਿਆ। ਅੰਦਰੋਂ ਲਜ਼ਤ ਮਿਲੂਗੀ, ਉਹ ਅੰਮ੍ਰਿਤ ਰੂਪੀ ਰਸ ਹਾਸਿਲ ਕਰੂਗਾ ਤਾਂ ਹੀ ਬਾਹਰਲੀਆਂ ਇਲਤਾਂ ਖਤਮ ਹੋਣਗੀਆਂ ਨਾ। ਬਾਬੇ ਥੈਂਕ ਯੂ ਵੈਰੀ ਮੱਚ, ਤੁਸੀਂ ਇੰਨੀ ਬਖਸ਼ਿਸ਼ ਕਰ ਦਿੱਤੇ, ਸਾਨੂੰ ਸੇਵਾ 'ਤੇ ਬੁਲਾਇਆ। ਬਾਬੇ ਆਪਣੀ ਜ਼ਿੰਦਗੀ 'ਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ, ਭੁੱਲਾਂ ਕੀਤੀਆਂ, ਤੁਸੀਂ ਬਖਸ਼ਣਹਾਰ ਹੋ, ਅਸੀਂ ਭੁੱਲਣਹਾਰ ਹਾਂ। ਪਿਛਲੀਆਂ ਗਲਤੀਆਂ ਨੂੰ ਮਾਫ਼ ਕਰਦੇ ਆ, ਅਗਲੇ ਅੱਗੋਂ ਵਾਸਤੇ ਭਜਨ ਸਿਮਰਨ ਆਪਣੇ ਕਰਾ ਕੇ ਨਾਲ ਲੈ ਚੱਲੋ। ਬੇਟਾ ਦੇਖੋ, ਤੁਹਾਡੇ ਕਹਿਣ ਦੇ ਨਾਲ ਜਾਂ ਮੇਰੇ ਕੁਛ ਕਹਿਣ ਦੇ ਨਾਲ ਆਪਣੇ ਕਰਮ ਖਤਮ ਨਹੀਂ ਹੋਣ ਲੱਗੇ। ਝੂਠੀਆਂ ਤਸੱਲੀਆਂ 'ਚ ਨਾ ਰਹੋ ਕਿ ਤੁਸੀਂ ਮੰਗੋਗੇ ਔਰ ਮੈਂ ਹਾਂ ਕਰ ਦੂੰਗਾ ਤਾਂ ਸਾਡੀਆਂ ਗਲਤੀਆਂ ਮਾफ़ ਹੋ ਜਾਣਗੀਆਂ। ਇਸ ਤਰ੍ਹਾਂ ਨਹੀਂ ਹੁੰਦਾ। ਕਰਮਾਂ ਦਾ ਹਿਸਾਬ ਕਿਤਾਬ ਹਰੇਕ ਨੇ ਦੇਣਾ ਹੈ। ਜੈਸੀ ਕਰਨੀ ਵੈਸੀ ਭਰਨੀ। ਜੇ ਆਪਾਂ ਗਲਤੀਆਂ ਤੋਂ ਸਿੱਖ ਕੇ ਜੀਵਨ ਸੰਵਾਰਾਂਗੇ, ਅਹਿਸਾਸ ਹੋਊਗਾ, ਉਹਦੀ ਸ਼ਰਨ ਵਿੱਚ ਆਵਾਂਗੇ, ਉਹ ਇੰਨਾ ਬਲ ਬਖਸ਼ਦਾ ਹੈ ਕਿ ਅਸੀਂ ਇਹਨਾਂ ਵਿੱਚੋਂ ਹੱਸਦੇ ਹੱਸਦੇ ਗੁਜ਼ਰ ਜਾਵਾਂਗੇ। ਮਗਰ ਇਹ ਕਹਿਣਾ ਕਿ ਬੇਟਾ ਕੋਈ ਤੁਹਾਡੀ ਗਲਤੀ ਜਾਂ ਕੋਈ ਹੋਰ ਤੁਹਾਡੇ ਕੋਈ ਕਰਮ ਮਾफ़ ਕਰ ਸਕਦਾ, ਇਹ ਨਹੀਂ ਹੋ ਸਕਦਾ ਬੇਟਾ। ਬਾਬੇ ਸੈਕਿੰਡ ਮੇਰੇ ਨਾ ਫਾਦਰ US ਹੈਗੇ ਆ, ਬਾਬੇ ਸਰਦਾਰ ਬਹਾਦਰ ਮਹਾਰਾਜ ਕੋਲ ਬਖਸ਼ਿਸ਼ ਹੋਈ ਉਹਨਾਂ ਨੂੰ। ਬਹੁਤ ਪ੍ਰੋਬਲਮ 'ਚ ਰਹਿੰਦੇ ਆ, ਮਤਲਬ ਦਿਨ ਰਾਤ ਸੌਂਦੇ ਨਹੀਂ ਅੰਦਰੋਂ, ਮਤਲਬ ਇੰਨੀ ਫਿਜ਼ੀਕਲ ਪ੍ਰੋਬਲਮ ਉਹਨਾਂ ਨੂੰ ਹੋ ਰਹੀ ਹੈ ਨਾ, ਸਾਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਨੂੰ ਹੌਸਪੀਟਲ ਲੈ ਕੇ ਜਾਣਾ ਕਿ ਕੀ ਕਰਨਾ। 90 ਦੇ ਕਰੀਬ ਹੈਗੇ ਆ। ਉਹਨਾਂ ਦੇ ਬਖਸ਼ਿਸ਼ ਕਰੋ ਜਲਦੀ ਜਲਦੀ ਉਹਨਾਂ ਦੇ। बाबा जी मेरी मम्मी और मेरी फैमिली की तरफ से आसो में समटाइम्स व्हाट हैपन इज हमारे मन में ऐसे थॉट्स आ जाते हैं गलत कि हमें पता कि हम नहीं कर सकते, उसके कर्म बनते हैं। बेटा सोच का कर्म नहीं बनता, मगर जिस चीज़ के बारे में आप बार बार सोचोगे, अब मन के ऊपर हमारा काबू नहीं है, वो सोच मन के ऊपर जाके प्रभाव डालती है और वही प्रभाव आगे जाके करने में बन जाते हैं। इसीलिए महापुरुषों ने कहा कि मन में सोच भी मत बैठने दो। सोच बैठेगी तो आगे जाके करनी होगी ना, और अगर सोच नहीं होगी तो करनी नहीं होगी। मगर सोच का अपने आप कोई कर्म नहीं है। बाबा जी मेरा सेकंड क्वेश्चन है कि मैं किसी से ज़्यादा अटैच हूँ तो मेरे को खोने का डर लगा रहता है उसके, एंड इनसिक्योर वगैरह ओवर थिंक वगैरह कर देता हूँ। मेरे को बताएं आप, थोड़ा सा अपना विवेक इस्तेमाल करें। हैं कोई ज़िंदगी में जो सदा के लिए यहाँ रह सकता है बेटा? है कोई परिवार जिसका कोई जी छोड़ के ना गया? सो बेटा हर एक चीज़ की एक हद होती है, हर एक चीज़ का एक दायरा होता है। प्यार करना चाहिए, साथ जुड़ना चाहिए,
मगर ये सोचना कि भी किसी के जाने के साथ मेरी ज़िंदगी ख़त्म हो जाएगी, तो फिर तो सब कुछ जाने पहचाने अगर हम ऐसी अवस्था में जाएंगे तो फिर तो दुख होगा ना। ट्रस्ट रखना चाहिए बट हैं भरोसा रखना चाहिए बट बेटा, भरोसा तो हर एक चीज़ पे रखना चाहिए। ਸਾਡੇ ਪਰਿਵਾਰ ਦੇ ਵਿੱਚ ਨਾ ਕੋਈ ਰਾਤ ਨੂੰ 1 ਵਜੇ ਬੈਠਦਾ ਸਿਮਰਨ ਦੇ ਤੇ 3 ਵਜੇ ਤੱਕ ਆਪਣਾ ਫਿਰ ਸੌ ਜਾਂਦਾ ਹੈਗਾ, ਤੇ 3 ਤੋਂ 5 ਟਾਈਮ ਠੀਕ ਹੈ ਕਿ 1 ਤੋਂ 3 ਟਾਈਮ ਜਿਹੜਾ ਹੈਗਾ ਵਧੀਆ, ਕਿਹੜਾ ਟਾਈਮ ਲੱਗਦਾ ਉਹਨਾਂ 'ਚ? ਬੇਟਾ, ਟਾਈਮ ਤਾਂ ਮਾਲਕ ਨੂੰ ਯਾਦ ਕਰਨ ਵਾਸਤੇ ਕੋਈ ਖਾਸ ਵਕਤ ਦੀ ਲੋੜ ਨਹੀਂ ਗੀ, ਕਿਸੇ ਵਕਤ ਵੀ ਬੈਠ ਸਕਦੇ। ਮਗਰ ਸੰਤ ਮਹਾਤਮਾ ਨਾਲ ਇਹ ਸਮਝਾਉਂਦੇ ਆ ਕਿ ਤੁਸੀਂ ਜਿਹੜਾ ਮਾਹੌਲ ਬਣਾਇਆ ਹੈ ਉਹਨੂੰ ਕਿਉਂ ਖੋਂਦੇ ਹੋ, ਠੀਕ ਹੈ ਨਾ। ਇਸ ਕਰਕੇ ਵਕਤ ਉਹ ਕੱਢੋ ਜਿਹਦੇ ਨਾਲ ਆਪਾਂ ਉਸ ਤੋਂ ਉੱਠ ਕੇ ਜ਼ਿੰਦਗੀ, ਆਪਣੇ ਰੋਜ਼ਮਰਾ ਜ਼ਿੰਦਗੀ ਸ਼ੁਰੂ ਕਰ ਸਕੀਏ। ਉਹ ਮਾਹੌਲ ਬਣਿਆ ਰਵੇ ਬੇਟਾ। ਤਾਂ ਜੇ ਸੌਂ ਜਾਵਾਂਗੇ ਉਹ ਅੱਧਾ ਖਤਮ ਹੋ ਜਾਊਗਾ ਬੇਟਾ। ਇਸ ਤਰ੍ਹਾਂ ਅਸੀਂ ਨਾ ਕਈ ਵਾਰ ਸਫ਼ਰ ਕਰਦੇ ਹੈਗੇ ਟ੍ਰੇਨ ਦੇ ਵਿੱਚ, ਉੱਥੇ ਨੌਨ ਵੈਜ ਹੀ ਬਣਿਆ ਹੁੰਦਾ, ਦੂਸਰਾ ਬਣਿਆ ਹੁੰਦਾ ਹੈਗਾ, ਉੱਥੇ ਖਾਣਾ ਖਾਣਾ ਚਾਹੀਦਾ ਕਿ ਨਹੀਂ। ਜੇ ਅਸੀਂ ਵਿਆਹ ਸ਼ਾਦੀ 'ਤੇ ਜਾਂਦੇ ਹੈਗੇ ਆ, ਉੱਥੇ ਵੀ ਆਪਣਾ ਨੌਨ ਵੈਜ ਬਣਿਆ ਹੁੰਦਾ ਕਿ ਆਪਣਾ ਸ਼ਗਨ ਦੇ ਕੇ ਵਾਪਸ ਆ ਜਾਈਏਗਾ, ਉੱਥੇ ਆਪਣਾ ਖਾਣਾ ਖਾਣਾ। ਸ਼ਾਦੀ ਤੇ ਜਾਂਦੇ ਹੋ, ਦਹੀਂ ਤਾਂ ਹੁੰਦਾ ਹੈ ਨਾ। ਹਾਂਜੀ, ਦੇ ਹੁੰਦਾ ਹੈ। ਦਹੀਂ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੋ ਸਕਦੀ, ਅੱਛਾ, ਚੌਲਾਂ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੋ ਸਕਦੀ, ਫਰੂਟ ਵਿੱਚ ਪ੍ਰੋਬਲਮ ਨਹੀਂ ਹੋ ਸਕਦੀ। ਜ਼ਰੂਰੀ ਤਾਂ ਨਹੀਂ ਆਪਾਂ ਸਾਰਾ ਕੁਝ ਖਾਣਾ ਹੈ। ਬਾਬਾ ਜੀ, ਜਿਵੇਂ ਤੁਸੀਂ ਕਹਿੰਦੇ ਹੋ ਕਿ ਬਹੁਤ ਵਾਰ ਕੁਐਸਚਨ ਆਨਸਰ ਦੇ ਵਿੱਚ ਵੀ ਕਹਿੰਦੇ ਹੋ ਕਿ ਸਾਡੀ ਕੋਈ ਹਸਤੀ ਨਹੀਂ ਹੈਗੀ, ਪਰ ਕਈ ਵਾਰ ਇੱਦਾਂ ਆ ਜਾਂਦਾ ਵੀ ਬਹੁਤ ਜਣੇ ਕੁਝ ਕਹੀ ਜਾਂਦੇ ਆ, ਅਤੇ ਸਾਨੂੰ ਇੰਨੀ ਕੁ ਆਪਣੇ ਆਪ 'ਤੇ ਕੰਟਰੋਲ ਰੱਖਦੇ ਆ ਵੀ ਨਿਮਰਤਾ ਹੀ ਰਹੇ, ਵੀ ਕਿਸੇ ਨੂੰ ਅਸੀਂ ਕੁਝ ਨਾ ਬੋਲ ਪਾਈਏ। ਫਿਰ ਵੀ ਐਵੇਂ ਹੁੰਦਾ ਹੈ, ਇੱਕ ਮੁਕਾਮ 'ਤੇ ਆ ਕੇ ਐਵੇਂ ਹੋ ਜਾਂਦਾ ਹੈ ਵੀ ਕਹਿਣ ਲੱਗ ਜਾਂਦੇ ਆ ਵੀ ਤੁਸੀਂ ਬੋਲੋ, ਵੀ ਤੁਹਾਡੀ ਕੋਈ ਸੈਲਫ ਰਿਸਪੈਕਟ ਹੀ ਨਹੀਂ ਹੈ। ਪਰ ਫਿਰ ਵੀ ਬਾਬਾ ਜੀ ਐਵੇਂ ਹੁੰਦਾ ਵੀ ਸੋਚ ਕੇ, ਵੀ ਤੁਹਾਡੇ ਬਾਰੇ ਸੋਚ ਕੇ ਵੀ ਨਹੀਂ, ਅਸੀਂ ਕੁਝ ਨਹੀਂ ਬੋਲਣਾ ਕਿਸੇ ਨੂੰ, ਆਪਣਾ ਚੁੱਪ ਰਹਿਣਾ। ਪਰ ਫਿਰ ਵੀ ਬਾਬਾ ਜੀ ਕਦੀ ਕਦੀ ਹੁੰਦਾ ਹੈ, ਕੀ ਬੇਟਾ, ਕਰੀਏ? ਇੱਕ ਚੀਜ਼ ਦਾ ਲਕਸ਼ ਹੈ, ਠੀਕ ਹੈ ਨਾ। ਹੁਣ ਲਕਸ਼ ਤਾਂ ਸਾਨੂੰ ਕਦੇ ਨਹੀਂ ਬੋਲਣਾ ਚਾਹੀਦਾ, ਠੀਕ ਹੈ। ਮਗਰ ਰੋਜ਼ਮਰਾ ਜ਼ਿੰਦਗੀ ਵਿੱਚ ਨਾ ਮਨ ਕੰਟਰੋਲ ਵਿੱਚ ਹੈ, ਨਾ ਆਦਤਾਂ ਕੰਟਰੋਲ ਵਿੱਚ ਹੈ, ਤਾਂ ਕਦੇ ਕਦੇ ਬੋਲਿਆ ਜਾਂਦਾ ਹੈ। ਸੋ ਇਸ ਕਰਕੇ ਆਪਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ, ਸਿੱਖੀਏ ਜ਼ਿੰਦਗੀ ਤੋਂ, ਸਿੱਖੀਏ ਬੇਟਾ ਇਹਦੇ ਵਿੱਚ ਤਾਕਤ ਹੈਗੀ ਹੈ ਚੁੱਪ ਕਰਕੇ ਉੱਥੋਂ ਜਾਣ ਵਿੱਚ। ਬੋਲਣ ਵਿੱਚ ਤਾਕਤ ਨਹੀਂ ਗੀ। ਉਹਦਾ ਇੱਕ ਬੇਵਕੂਫ ਵੀ ਬੋਲ ਸਕਦਾ ਬੇਟਾ, 5 ਸਾਲ ਦਾ ਬੱਚਾ ਵੀ ਉਸ ਚੀਜ਼ ਨੂੰ ਦੁਹਰਾ ਸਕਦਾ ਹੈ, ਤੋਤਾ ਵੀ ਦੁਹਰਾ ਸਕਦਾ ਹੈ। ਤਾਕਤ ਚਾਹੀਦੀ ਹੈ। ਉਹ ਦੂਜਾ ਤੁਹਾਨੂੰ ਗਾਲਾਂ ਕੱਢੀ ਜਾਵੇ ਤਾਂ ਤੁਸੀਂ ਚੁੱਪ ਕਰਕੇ ਉੱਥੋਂ ਚਲੇ ਜਾਓ, ਜਾਂ ਉਹਨੂੰ ਕਹੋ ਕਿ ਭਾਈ ਮੈਨੂੰ ਮਾਫੀ ਦੇ ਦੇ ਕਿ ਮੇਰੇ ਕਰਕੇ ਤੈਨੂੰ ਆਪਣਾ ਮੂੰਹ ਗੰਦਾ ਕਰਨਾ ਪਿਆ। ਉਹਦੀ ਜਿਹੜੀ ਖੁਸ਼ੀ ਹੈ ਨਾ ਤੁਹਾਡੇ ਰਿਐਕਸ਼ਨ ਵਿੱਚ ਹੈ, ਔਰ ਜੇ ਤੁਸੀਂ ਰਿਐਕਟ ਨਹੀਂ ਨਾ ਕਰੋਗੇ ਉਹ ਥੋੜ੍ਹਾ ਜਿਹਾ ਬੋਲ ਕੇ ਬੰਦ ਕਰ ਜੂਗਾ। ਸੋ ਇਸ ਕਰਕੇ ਬੇਟਾ ਆਪਾਂ ਦੇਖਣਾ ਕਿ ਸਾਡਾ ਫਾਇਦਾ ਕਿਸ ਚੀਜ਼ ਵਿੱਚ ਹੈ। ਵਾਪਸ ਬੋਲ ਕੇ, ਵਾਪਸ ਗਾਲਾਂ ਕੱਢ ਕੇ ਆਪਾਂ ਨੂੰ ਕੀ ਮਿਲੂਗਾ? ਆਪਾਂ ਆਪਣੀ ਜ਼ੁਬਾਨ ਗੰਦੀ ਕਰਾਂਗੇ, ਉਹਦਾ ਆਪਣੇ ਉੱਤੇ ਮਾੜਾ ਪ੍ਰਭਾਵ ਪਊਗਾ। ਖਟਿਆ ਕੀ? ਬਾਬਾ ਜੀ ਕਈ ਵਾਰ ਐਵੇਂ ਹੁੰਦਾ, 2 ਮਿੰਟ ਲਈ ਵੀ ਕਈ ਵਾਰ ਅੱਖਾਂ ਬੰਦ ਕਰੋ ਨਾ, ਮਹਾਰਾਜ ਜੀ ਆਈ ਜਾਂਦੇ ਆ, ਤੁਸੀਂ ਨਹੀਂ ਚੰਗੀ ਗੱਲ ਹੈ ਆਉਂਦੇ ਬੇਟਾ, ਹੈਗੇ, ਇਹ ਬਹੁਤ ਚੰਗੀ ਗੱਲ ਹੈ। ਤੁਸੀਂ ਵੀ ਆ ਜਾਇਆ ਕਰੋ। ਉਹ ਮੈਂ ਵੀ ਆ ਜਾਇਆ ਕਰਾਂ। ਹਾਂਜੀ, ਮੈਨੂੰ ਜੋ ਕੁਝ ਮਿਲਿਆ ਮਹਾਰਾਜ ਜੀ ਤੋਂ ਹੀ ਮਿਲਿਆ ਬੇਟਾ। ਹਾਂ, ਤਾਂ ਜੇ ਮਹਾਰਾਜ ਜੀ ਆ ਜਾਂਦੇ ਆ ਤਾਂ ਤੂੰ ਕਿਉਂ ਫਿਕਰ ਕਰਦੀ ਹੈ? ਚੰਗੀ ਗੱਲ ਹੈ ਸਗੋਂ। ਤੁਸੀਂ ਵੀ ਆਇਆ ਕਰੋ, ਪਰ ਹੈ ਤੁਸੀਂ ਵੀ ਆ ਜਾਇਆ ਨਹੀਂ, ਜੇ ਦੋਨੋਂ ਹੀ ਆ ਗਏ ਫਿਰ ਕਿਹਦੇ ਵੱਲ ਧਿਆਨ ਕਰੇਂਗੀ ਤੂੰ? ਫਿਰ ਮੈਨੂੰ ਸਵਾਲ ਪੁੱਛੇਂਗੀ ਜੀ ਮੈਂ ਫਿਰ ਮਹਾਰਾਜ ਜੀ ਵੱਲ ਦੇਖਾਂ ਕਿ ਤੁਹਾਡੇ ਵੱਲ ਦੇਖਾਂ? ਸੋ ਵਾਰੀ ਵਾਰੀ ਆਇਆ ਕਰੀਏ ਨਾ। ਨਾਮਦਾਨ ਦੀ ਬਖਸ਼ਿਸ਼ ਕਰ ਦਿਓ ਜਲਦੀ ਜਲਦੀ। ਬਾਬਾ ਜੀ ਸ਼ੁਕਰ ਹੈ ਇੱਥੇ ਮੈਨੂੰ ਵੀ ਤੁਸੀਂ ਇਸ ਲਾਇਕ ਬਣਾਇਆ ਆਪਣੇ ਨਾਲ ਖੜਨ ਦੇ। ਮੇਰਾ ਵੀ ਬਰਤਨ ਅੰਦਰੋਂ ਤੁਸੀਂ ਸਾਫ਼ ਕੀਤਾ ਬਾਬਾ ਜੀ। ਨਹੀਂ, ਨਾਲ ਖੜਨ ਦੀ ਕੀ ਗੱਲ ਹੈ? ਮੇਰੀ ਤਾਂ ਇਹ ਚਾਹਤ ਹੈ ਕਿ ਤੁਹਾਨੂੰ ਮੈਂ ਇਸ ਕੁਰਸੀ ਤੇ ਬਿਠਾਵਾਂ ਸਾਰਿਆਂ ਨੂੰ। ਜਦੋਂ ਤੁਸੀਂ ਨਵਾਂ ਸ਼ਹਿਰ, ਮੈਂ ਰੋ ਰੋ ਕੇ ਕਹਿੰਦੀ ਹੁੰਦੀ ਸੀ ਮੈਂ ਰੋਟੀ ਨਹੀਂ ਖਾਣੀ। ਬਾਬਾ ਜੀ ਨਵਾਂ ਸ਼ਹਿਰ ਆ ਜਾਓ, ਤੁਸੀਂ ਇੱਕ ਵਾਰੀ ਮੈਨੂੰ ਲੈ ਕਰੋ, ਭਾਵੇਂ ਨਾ ਹੀ ਦਰਸ਼ਨ ਦਿਓ, ਪਰ ਅੱਜ ਤੁਸੀਂ ਮੇਰੇ ਤੇ ਕਿੰਨੀ ਕਿਰਪਾ ਕੀਤੀ, ਮੈਂ ਕਹਿ ਨਹੀਂ ਸਕਦੀ ਕੁਝ ਵੀ ਬਾਬਾ ਜੀ। ਤਾਂ ਦਰਸ਼ਨ ਤਾਂ ਆਪਾਂ ਅੰਦਰੋਂ ਕਰਨੇ ਆ, ਬਾਹਰ ਕਾਹਦੇ ਦਰਸ਼ਨ ਹੈ? ਬਾਬਾ ਜੀ ਤੁਹਾਡੇ ਅੰਦਰੋਂ ਦਰਸ਼ਨ ਹੁੰਦੇ ਐਵੇਂ ਤੁਰਿਆ ਨਹੀਂ ਹੁੰਦਾ, ਮੈਂ ਦੱਸ ਦਿੰਨੀ। ਕੋਈ ਨਾ, ਨਹੀਂ ਤੁਸੀਂ ਆਪਾਂ ਹਜ਼ਮ ਕਰਨਾ ਬੇਟਾ। ਐਂ ਦੇਖੋ, ਆਪਾਂ ਰੋਟੀ ਖਾਂਦੇ ਹਜ਼ਮ ਕਰਾਂਗੇ ਤਾਂ ਤਾਕਤ ਆਊਗੀ ਨਾ। ਬਾਬਾ ਜੀ ਜਿਹੜੇ ਜਹਾਜ਼ ਵਿੱਚ ਤੁਸੀਂ ਮੈਨੂੰ ਬਾਂਹ ਖਿੱਚ ਕੇ ਲੈ ਕੇ ਗਏ ਸੀ, ਬਸ ਮੈਨੂੰ ਸੱਚਖੰਡ ਲੈ ਜਾਓ, ਮੈਨੂੰ ਕੁਝ ਨਹੀਂ ਚਾਹੀਦਾ। ਕੋਈ ਨਾ,
ਕੋਈ ਨਹੀਂ, ਤੁਸੀਂ ਆਪਣੇ ਵੱਲੋਂ ਕਰੋ ਮੈਨੂੰ ਉਹੀ ਤੁਹਾਡੀ ਬਾਂਹ ਯਾਦ ਆਦੀ ਜਿਸ ਬਾਂਹ ਨਾਲ ਤੁਸੀਂ ਮੈਨੂੰ ਖਿੱਚ ਕੇ ਲੈ ਕੇ ਗਏ ਸੀ। ਮੈਨੂੰ ਜੋ ਅੱਜ ਤੁਹਾਡਾ ਇੰਨਾ ਸੋਹਣਾ ਲੱਗਿਆ, ਵਿੱਚ ਵੜ ਕੇ ਬੈਠ ਗਈ ਮੈਂ ਬਾਬਾ ਜੀ। ਹੁਣ ਮੈਨੂੰ ਕੁਝ ਨਹੀਂ ਚਾਹੀਦਾ, ਬਸ ਸੱਚਖੰਡ ਲੈ ਜਾਓ। ਬਾਬਾ ਜੀ ਮੈਂ ਨਾਮ ਦਾ ਲੈਣਾ ਚਾਹੁੰਦਾ, ਪਰ ਮੇਰੇ ਕੋਲ ਨਾ ਗਲਤੀ ਏਡੀ ਵੱਡੀ ਹੋ ਗਈ ਸੀ ਕਿ ਮੈਂ ਜਦੋਂ ਨਾਮ ਦਾ ਲੈਣ ਬਾਰੇ ਸੋਚਦਾ ਹਾਂ ਤੇ ਕਿ ਮੈਂ ਅੱਗੇ ਨਹੀਂ ਵੱਧ ਪਾਉਣਾ, ਵੀ ਮੈਨੂੰ ਉਹ ਗਲਤੀ ਇੱਦਾਂ ਹੁੰਦੀ ਮੇਰੇ ਕੋਲ ਕੋਈ ਗਲਤੀ ਅੱਗੇ ਨਾ ਹੋ ਜਾਵੇ। ਬੇਟਾ ਦੇਖੋ, ਨਾਮਦਾਨ ਕਾਹਦੇ ਵਾਸਤੇ ਲੈਂਦੇ ਆ? ਸਰਬ ਰੋਗ ਕਾ ਔਖਦ ਨਾਮ, ਠੀਕ ਹੈ। ਇਨਸਾਨ ਭੁੱਲਣਹਾਰ ਹੈ, ਗਲਤੀਆਂ ਦਾ ਪੁਤਲਾ ਹੈ, ਗਲਤੀ ਹੋਊਗੀ। ਸਾਨੂੰ ਸਹਾਰਾ ਚਾਹੀਦਾ ਬੇਟਾ। ਸਹਾਰੇ ਦੇ ਨਾਲ ਵਿਸ਼ਵਾਸ ਬਣੂਗਾ, ਵਿਸ਼ਵਾਸ ਦੇ ਨਾਲ ਅਸੀਂ ਦੁਨੀਆ ਦਾ ਸਾਹਮਣਾ ਕਰ ਸਕਾਂਗੇ। ਤਾਂ ਜੇ ਸਾਡੇ ਕੋਲੇ ਸਹਾਰਾ ਨਹੀਂ ਤਾਂ ਫਿਰ ਤਾਂ ਅਸੀਂ ਗਲਤੀਆਂ ਕਰਦੇ ਰਵਾਂਗੇ ਬੇਟਾ। ਸੋ ਆਪਾਂ ਕਦਮ ਚੁੱਕੀਏ ਬੇਟਾ, ਮਾਲਕ ਦੇ ਨਾਲ ਰਿਸ਼ਤਾ ਜੋੜੀਏ ਔਰ ਹੱਥ ਨਾ ਉਹਦਾ ਕਦੇ ਛੱਡੀਏ। ਤਾਂ ਹੀ ਅਸੀਂ ਇਹਨਾਂ ਗਲਤੀਆਂ ਤੋਂ ਛੁਟਕਾਰਾ ਹਾਸਲ ਕਰਕੇ ਆਪਣੇ ਆਪ ਨੂੰ ਉਹਦੇ ਲਾਇਕ ਬਣਾ ਸਕਾਂਗੇ ਬੇਟਾ। ਨਹੀਂ ਤਾਂ ਅਸੀਂ ਤਾਂ ਇਸ ਭਵਸਾਗਰ ਵਿੱਚ ਡੁੱਬ ਜਾਵਾਂਗੇ। ਬਾਬਾ ਜੀ ਮੈਂ ਨਾ ਪੇਰੈਂਟਸ ਨੂੰ ਹਮੇਸ਼ਾ ਦੁੱਖ ਹੀ ਦਿੱਤਾ, ਕਦੀ ਸੁੱਖ ਨਹੀਂ ਦਿੱਤਾ ਉਹਨਾਂ ਨੂੰ। ਇੰਨੀ ਏਜ ਹੋ ਗਈ ਬਾਬਾ ਜੀ, ਕਦੀ ਵੀ ਸੁੱਖ ਨਹੀਂ ਜੋ ਦਿੱਤਾ। ਹੋ ਗਿਆ ਉਹਨੂੰ ਭੁੱਲ ਜਾਓ। ਇਹ ਦੇਖੋ ਕਿ ਅੱਗੇ ਨਾ ਆਪਾਂ ਇਸ ਚੀਜ਼ ਨੂੰ ਦੁਹਰਾਈਏ ਬੇਟਾ। ਮਾਲਿਕ ਨੇ ਜੇ ਆਪਾਂ ਨੂੰ ਵਕਤ ਦਿੱਤਾ ਹੈ, ਜ਼ਿੰਦਗੀ ਬਖਸ਼ੀ ਹੈ, ਤੁਸੀਂ ਸਿੱਖੋ ਗਲਤੀਆਂ ਤੋਂ। ਸਿੱਖ ਕੇ ਤੁਸੀਂ ਸੋਚੋ ਕਿ ਹੁਣ ਅੱਗੇ ਤੋਂ ਮੈਂ ਖੁਸ਼ੀ ਦੇਣੀ ਹੈ ਉਹਨਾਂ ਨੂੰ, ਕਦੇ ਦੁੱਖ ਨਹੀਂ ਦੇਣਾ। ਤਾਂ ਜੇ ਇਹੋ ਜੀ ਸੋਚ ਰੱਖਾਂਗੇ, ਉਹੋ ਜਿਹਾ ਰਸਤਾ ਬਣਾਵਾਂਗੇ, ਮਾਲਿਕ ਜ਼ਰੂਰ ਤੁਹਾਡਾ ਸਾਥ ਦੇਊਗਾ। ਕਦੀ ਨਹੀਂ ਵੀ ਸੋਚਿਆ ਹੁੰਦਾ ਬਾਬਾ ਜੀ, ਪਰ ਫੇਰ ਵੀ ਕਈ ਵਾਰੀ ਬੋਲ ਹੋ ਜਾਂਦਾ ਹੈ। ਨਹੀਂ ਬੇਟਾ, ਆਪਾਂ ਕਾਹਨੂੰ ਬੇਟਾ, ਮਾਂ-ਬਾਪ ਤਾਂ ਰੱਬ ਸਮਾਨ ਹੈ ਬੇਟਾ। ਬਾਬਾ ਜੀ 9 ਸਾਲ ਹੋ ਗਏ ਮੇਰੀ ਫੈਮਿਲੀ ਬਾਹਰ ਹੈ ਜੀ। ਮੇਰੇ ਕੋਲ ਗਲਤੀ ਇੱਦਾਂ ਦੀ ਹੋ ਗਈ ਸੀਗੀ, ਨਹੀਂ ਜਾ ਹੋਇਆ ਜੀ ਉੱਥੇ ਬਾਅਦ ਚੋਂ। ਨਹੀਂ ਬੇਟਾ, ਹੁਣ ਦੇਖੋ ਤੁਸੀਂ ਹਿਸਾਬ ਕਿਤਾਬ ਦੇਖੋ ਕਿਵੇਂ ਬਣ ਸਕਦਾ ਹੈਗਾ, ਮਗਰ ਸਹੀ ਰਸਤੇ ਦੇ ਉੱਤੇ ਚੱਲੋ ਬੇਟਾ। ਨਾਮਦਾਨ ਦੀ ਬਖਸ਼ੀ ਕਰਿਓ, ਸਾਰਾ ਤੇ ਮੇਰੇ ਪਰ ਹੱਥ ਰੱਖਿਓ। ਬਾਬਾ ਜੀ ਕਿਸਮਤ ਕੀ ਹੈ ਤੇ ਇਹ ਆਪਣੇ ਆਪ ਬਣੀ ਹੁੰਦੀ ਹੈ ਜਾਂ ਮਤਲਬ ਬਣਾਉਣੀ ਪੈਂਦੀ ਹੈ? ਬੇਟਾ ਤੁਹਾਡੇ ਕਰਮਾਂ ਦੇ ਉੱਤੇ ਬਣਦੀ ਹੈ। ਜੋ ਵੀ ਆਪਾਂ ਪੁਰਾਣੇ ਕਰਮ ਹੈ ਉਹਨਾਂ ਨੂੰ ਇਕੱਠੇ ਕਰਕੇ ਸਾਡੀ ਕਿਸਮਤ ਬਣ ਜਾਂਦੀ ਹੈ। ਜੇ ਅਸੀਂ ਕਰਨੀ ਵੈਸੀ ਭਰਨੀ। ਸੋ ਜੋ ਵੀ ਤੁਹਾਡੀ ਕਹਿੰਦੇ ਪੁਰਾਣੇ ਕਰਮ ਹੈ ਉਹ ਇਕੱਠੇ ਕਰਕੇ ਤੁਹਾਡੀ ਕਿਸਮਤ ਬਣ ਜਾਂਦੀ ਹੈ। ਤੇ ਬਾਬਾ ਜੀ ਜਿੱਦਾਂ ਨਾ ਤੁਹਾਡੇ ਦਰਸ਼ਨ ਹੁੰਦੇ ਨੇ ਤੇ ਜੋ ਸੰਗਤ ਕਈ ਵੇਲੇ ਤੁਹਾਨੂੰ ਦੇਖ ਕੇ ਕਮਾਲ ਨਾ ਪਿਓ ਕਿਉਂ ਕਰਦੇ ਨੇ ਬਾਬਾ ਜੀ? ਉਹ ਆਵਾਜ਼ ਕੱਢਣ ਲੱਗ ਪੈਂਦੇ ਨੇ। ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਮੈਂ ਨਹੀਂ ਕਰਨਾ ਚਾਹੀਦਾ। ਹੈ ਮੈਂ ਵੀ ਕਰਨਾ ਚਾਹੁੰਦਾ। ਨਹੀਂ ਨਹੀਂ ਬੇਟਾ, ਸਿਰਫ ਇਮੋਸ਼ਨ ਦੀ ਗੱਲ ਹੁੰਦੀ ਹੈ ਬੇਟਾ। ਆਪਾਂ ਇਮੋਸ਼ਨ ਨੂੰ ਚੈਨਲਾਈਜ਼ ਕਰਦੇ ਹਾਂ। ਕਈਆਂ ਵਿੱਚ ਉਹ ਇਮੋਸ਼ਨ ਚੈਨਲਾਈਜ਼ ਨਹੀਂ ਹੁੰਦਾ। ਇਮੋਸ਼ਨ ਜਦੋਂ ਚੈਨਲਾਈਜ਼ ਨਹੀਂ ਹੁੰਦਾ, ਮਨ ਭਰ ਜਾਂਦਾ, ਇਸ ਕਰਕੇ ਇਹੋ ਜਿਹਾ ਰਿਐਕਸ਼ਨ ਹੁੰਦਾ। ਬਾਬਾ ਜੀ ਸਾਰੇ ਸੇਵਾਦਾਰਾਂ ਤੇ ਮੇਰੇ ਭਰੇ ਹੱਥ ਰੱਖਿਓ। ਬਾਬਾ ਜੀ ਛੋਟੇ ਹੁੰਦੇ ਤੋਂ ਮੈਂ ਬਿਆਸ ਆਉਂਦਾ ਤੇ ਸਰ ਹੁਣ ਪਤਾ ਨਹੀਂ ਕੀ ਹੋ ਗਿਆ ਕਿ ਜਿਹੜਾ ਸਪਿਰਚੁਅਲ ਬਲੀਫ ਹੈ ਨਾ ਉਹਦੇ ਉੱਪਰ ਕੁਐਸਚਨਸ ਆਉਣ ਲੱਗ ਗਏ ਮਾਈਂਡ ਦੇ ਵਿੱਚ। ਨਹੀਂ ਬੇਟਾ, ਉਹ ਆਉਣਗੇ। ਇਹ ਜੇ ਕੋਈ ਇੱਥੇ ਕਵੇ ਨਾ ਕਿ 100% ਦੀ ਉਹਨਾਂ ਨੂੰ ਵਿਸ਼ਵਾਸ ਹੈ ਤਾਂ ਮੈਂ ਮੰਨਣ ਨੂੰ ਤਿਆਰ ਨਹੀਂਗਾ। ਤੇ ਜੇ ਕੋਈ ਕਵੇ ਕਿ ਮੇਰੇ ਮਨ ਵਿੱਚ ਸ਼ੰਕਾ ਹੈ ਕਿ ਮੈਂ ਮੰਨ ਸਕਦਾ। ਜਿਵੇਂ ਜਿਵੇਂ ਵੱਡੇ ਹੁੰਦੇ ਆ ਬੇਟਾ, ਦੇਖੋ ਆਪਾਂ ਜਦੋਂ ਤੋਂ ਚੱਲਣਾ ਸ਼ੁਰੂ ਕਰਦੇ ਆ ਨਾ ਤਾਂ ਮਾਂ-ਬਾਪ ਹਰ ਵਕਤ ਕਹਿੰਦੇ ਆ ਕਿ ਬੇਟਾ ਸਵਾਲ ਕਰੋ, ਜਵਾਬ ਮਿਲੂਗਾ ਤਾਂ ਹੀ ਤਾਂ ਸਿੱਖਾਂਗੇ। ਔਰ ਫਿਰ ਜਦੋਂ ਆਪਾਂ ਮਜ਼ਹਬ ਤੱਕ ਪਹੁੰਚਦੇ ਆ ਫਿਰ ਸਾਨੂੰ ਦੱਸ ਦਿੱਤਾ ਜਾਂਦਾ ਕਿ ਨਹੀਂ, ਸਵਾਲ ਨਹੀਂ ਕਰ ਸਕਦੇ ਤੁਸੀਂ। ਸੋ ਬੇਟਾ ਇਹ ਲਾਜ਼ਮੀ ਹੈ। ਜੇ ਮਾਲਿਕ ਨੇ ਵਿਵੇਕ ਦੀ ਤਾਕਤ ਦਿੱਤੀ ਹੈ ਤਾਂ ਸਵਾਲ ਉੱਠਣਗੇ, ਕਰੋ ਸਵਾਲ। ਮਗਰ ਨਾਲ ਉਹਦਾ ਜਵਾਬ ਕੀ ਹੈ ਉਹ ਵੀ ਲੱਭੀਏ ਨਾ। ਸਾਰੀ ਉਮਰ ਸਵਾਲਾਂ 'ਚ ਤਾਂ ਨਾ ਫਸੇ ਰਹੀਏ। ਔਰ ਜਵਾਬ ਮਿਲਣਗੇ, ਹਰੇਕ ਚੀਜ਼ ਦਾ ਜਵਾਬ ਮਿਲੂਗਾ। ਤੇ ਬਾਬਾ ਜੀ ਜੌਬ ਤੋਂ ਬਿਨਾ ਨਾਮਦਾਨ ਲੈਣਾ ਸਹੀ ਹੈ ਜਾਂ ਗਲਤ ਹੈ? ਨਹੀਂ ਬੇਟਾ, ਇਹ ਤਾਂ ਆਪਣੇ ਦਿਲ ਦੀ ਕਸ਼ਿਸ਼ ਦੀ ਗੱਲ ਹੈਗੀ ਹੈ। ਮਕਸਦ ਇਹ ਹੈ ਕਿ ਪੈਰਾਂ ਦੇ ਉੱਤੇ ਖੜੇ ਹੋਈਏ, ਠੀਕ ਹੈ ਨਾ। ਜਿੰਨਾ ਚਿਰ ਘਰ ਵਿੱਚ ਹੈ, ਮਾਂ-ਬਾਪ ਦਾ ਸਾਇਆ ਸਿਰ ਉੱਤੇ ਹੈਗਾ, ਤਾਂ ਨਾਮਦਾਨ ਲੈ ਕੇ ਸੰਭਾਲ ਤਾਂ ਕਰਨਗੇ। ਮਗਰ ਸਾਰੀ ਉਮਰ ਨਾ ਇਹੋ ਜਿਹਾ ਮਾਹੌਲ ਬਣਾ ਕੇ ਬਹਿ ਜਾਈਏ ਕਿ ਕਿਸੇ ਦੂਸਰੇ ਦੀ ਖਾਈਏ। ਬਾਬਾ ਜੀ ਸਾਰਿਆਂ ਦੇ ਦੇਹਾਂ ਮੇ ਪੈਰਾਂ ਹੱਥ ਰੱਖਿਓ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ। ਸ਼ੁਕਰੀਆ ਬਾਬਾ ਜੀ। ਬਾਬਾ ਜੀ ਮੇਰਾ ਕੋਈ ਕੁਐਸਚਨ ਨਹੀਂ ਹੈਗਾ, ਲੇਕਿਨ ਇੱਕ ਅਰਦਾਸ ਹੈ ਸੱਚੇ ਪਾਤਸ਼ਾਹ, ਮੇਰੀ ਬੈਠਕ ਵਧਾ ਦਿਓ। ਜਿੰਨੀ ਚਾਹਾਂ ਬੈਠਕ ਉਨੀ ਵਧਾ ਦਿਓ ਬਾਬਾ ਜੀ। ਬੇਟਾ ਕਈ ਕੰਮ ਸਾਡੇ ਖੁਦ ਦੇ ਕਰਨ ਦੇ ਹੁੰਦੇ ਆ ਬੇਟਾ। ਹਾਂਜੀ। ਹੁਣ ਦੇਖੋ, ਤੁਹਾਨੂੰ ਕੋਈ ਰੋਟੀ ਬਣਾ ਕੇ ਦੇ ਸਕਦਾ, ਰੋਟੀ ਦਾ ਸਵਾਦ ਦੱਸ ਸਕਦਾ, ਤੁਹਾਡੇ ਵਾਸਤੇ ਰੋਟੀ ਖਾ ਤਾਂ ਨਹੀਂ ਨਾ ਸਕਦਾ। ਨਹੀਂ ਜੀ।
ਹੁਣ ਆਪਾਂ ਨੂੰ ਸਤਸੰਗ ਦੇ ਜ਼ਰੀਏ ਪਤਾ ਚੱਲਦਾ ਹੈਗਾ ਕਿ ਸਾਨੂੰ ਕਿਵੇਂ ਜ਼ਿੰਦਗੀ ਢਾਲਣੀ ਚਾਹੀਦੀ ਹੈ, ਕੀ ਕਰਨਾ ਚਾਹੀਦਾ ਹੈ, ਉਹਦੇ ਭਾਣੇ ਵਿੱਚ ਕਿਵੇਂ ਰਹਿਣਾ ਹੈ। ਮਗਰ ਕਦਮ ਤਾਂ ਅਸੀਂ ਚੁੱਕਣੇ ਆ ਨਾ। ਇਸ ਕਰਕੇ ਬੇਟਾ ਮਾਲਿਕ ਦੇਖੋ ਆਪਣਾ ਔਰ ਨਿਚਲੀ ਦੁਨੀਆ 'ਚ ਕੀ ਫਰਕ ਹੈ। ਮਾਲਿਕ ਨੇ ਵਿਵੇਕ ਦਿੱਤਾ ਹੈ। ਵਿਵੇਕ ਮਤਲਬ ਹੈ ਕਿ ਅਸੀਂ ਆਪਣਾ ਚੰਗਾ ਔਰ ਬੁਰਾ ਪਹਿਚਾਣ ਸਕੀਏ ਬੇਟਾ। ਹੁਣ ਜੇ ਇਨਸਾਨ ਆਪਣਾ ਚੰਗਾ ਬੁਰਾ ਨਹੀਂ ਪਹਿਚਾਨੂਗਾ ਤਾਂ ਫਿਰ ਹੋਰ ਕੌਣ ਪਹਿਚਾਨੂਗਾ ਸਾਡੇ ਵਾਸਤੇ। ਸੋ ਆਪਣੇ ਵੱਲੋਂ ਤੁਸੀਂ ਕੋਸ਼ਿਸ਼ ਕਰੋ, ਜਿੰਨੀ ਕੋਸ਼ਿਸ਼ ਕਰੋਗੇ ਉਸ ਤੋਂ ਕਿਤੇ ਜ਼ਿਆਦਾ ਮਾਲਿਕ ਬਖਸ਼ਿਸ਼ ਕਰੂਗਾ। ਬਾਬਾ ਜੀ ਤੁਹਾਡੇ ਨੂਰੀ ਸਰੂਪ ਦੇ ਦਰਸ਼ਨ ਹੋ ਜਾਣਗੇ ਜੀ ਅੰਦਰ। ਕਿਉਂ ਨਹੀਂ ਹੋਣਗੇ ਬਾਬਾ ਜੀ ਤੁਹਾਡੇ ਨਾਲ ਅੰਦਰਲੇ ਮੰਡਲਾਂ ਵਿੱਚ ਚੱਲ ਜਾਵਾਂਗਾ ਜੀ। ਹੈਂ? ਅੰਦਰਲੇ ਮੰਡਲਾਂ ਵਿੱਚ ਅੰਦਰਲੀ ਮੰਜ਼ਿਲਾਂ ਵਿੱਚ ਕੀ ਕਰੇਗਾ ਉੱਥੇ ਜਾ ਕੇ? ਤੁਹਾਡੇ ਨਾਲ ਉਡਾਰੀ ਮਾਰ ਕੇ ਸੱਚਖੰਡ ਚ। ਉਡਾਰੀ ਮਾਰ ਕੇ? ਹਾਂਜੀ। ਅੱਛਾ ਬਾਬਾ ਜੀ ਤੁਸੀਂ ਮੇਰੇ ਨਾਲ ਰਹੋ, ਉੱਥੇ ਖਤਰਾ ਬਹੁਤ ਹੈ। ਖਤਰਾ ਬਾਹਰ ਹੈ, ਅੰਦਰ ਨਹੀਂ ਕੋਈ ਖਤਰਾ। ਠੀਕ ਹੈ ਜੀ। ਹੈ ਇਹ ਬਾਹਰ ਜਿੱਥੇ ਤਾਂ ਸਾਡੀਆਂ ਨਜ਼ਰਾਂ ਜਾਂਦੀਆਂ ਨਾ ਉਹਨਾਂ ਵਿੱਚ ਖਤਰਾ ਹੈ। ਹਾਂਜੀ। ਅੰਦਰ ਤਾਂ ਸਗੋਂ ਇਹੋ ਜਿਹੀਆਂ ਕੋਈ ਚੀਜ਼ਾਂ ਹੀ ਨਹੀਂ ਜਿਨ੍ਹਾਂ ਤੋਂ ਆਪਾਂ ਨੂੰ ਡਰ ਹੋਣਾ ਚਾਹੀਦਾ ਹੈ। ਠੀਕ ਹੈ ਨਾ। ਇਹ ਆਪਣੇ ਬਾਹਰਲੀਆਂ ਨਜ਼ਰਾਂ ਨੂੰ ਬਚਾ ਕੇ ਰੱਖੀਏ ਆਪਾਂ। ਠੀਕ ਹੈ ਜੀ। ਬਾਬਾ ਜੀ ਮੇਰੇ ਪਰਿਵਾਰ ਤੇ ਦਇਆ ਮੇਰੇ ਬਣਾਈ ਰੱਖਿਓ। ਮੇਰੇ ਮਾਤਾ ਪਿਤਾ ਦਾ ਭਜਨ ਸਿਮਰਨ ਚਲਾ ਦਿਓ ਬਾਬਾ ਜੀ। ਉਹਨਾਂ ਨੂੰ ਕੰਮ ਦੇ ਵਿੱਚ ਟਾਈਮ ਨਹੀਂ ਲੱਗਦਾ ਭਜਨ ਸਿਮਰਨ ਕਰਨ ਦਾ। ਨਹੀਂ ਬੇਟਾ ਇਹ ਤਾਂ ਹਰੇਕ ਨੇ ਕਰਨਾ ਹੈ। ਸੇਵਾ ਵੀ ਨਹੀਂ ਉਹਨਾਂ ਨੂੰ ਤੇ ਨਹੀਂ ਮੈਨੂੰ ਇਹ ਦੱਸੋ ਕਿ ਆਪਾਂ ਕਦੇ ਕਿਹਾ ਹੈਗਾ ਕਿ ਅੱਜ ਮੈਂ ਰੋਟੀ ਨਹੀਂ ਖਾਣੀ ਮੈਨੂੰ ਟਾਈਮ ਨਹੀਂ ਮਿਲਿਆ, ਜਾਂ ਅੱਜ ਮੈਂ ਸੌਣਾ ਨਹੀਂਗਾ ਮੈਨੂੰ ਟਾਈਮ ਨਹੀਂਗਾ, ਅੱਜ ਮੈਂ ਨਹਾਣਾ ਨਹੀਂਗਾ ਮੈਨੂੰ ਟਾਈਮ ਨਹੀਂਗਾ? ਨਹੀਂ ਜੀ। ਜਦੋਂ ਇਹ ਕਾਰਜ ਆਪਾਂ ਪੂਰੇ ਕਰ ਸਕਦੇ ਹਾਂ ਤਾਂ ਭਜਨ ਸਿਮਰਨ ਕਿਉਂ ਨਹੀਂ ਪੂਰਾ ਕਰ ਸਕਦੇ? ਉਸ ਵਕਤ ਕਿਉਂ ਸਾਡੇ ਮਨ 'ਚ ਆ ਜਾਂਦਾ ਕਿ ਅੱਜ ਨਹੀਂ ਕੱਲ੍ਹ ਨੂੰ ਮੈਂ ਕਰ ਲੂੰਗਾ? ਠੀਕ ਹੈ ਬਾਬਾ ਜੀ, ਮਾਹੌਲ ਬਣਾਈ ਰੱਖਿਓ ਘਰ ਵਿੱਚ। ਕੋਈ ਬਾਬਾ ਜੀ ਤੁਸੀਂ ਕਿਹਾ ਸੀਗਾ ਕਿ ਜਦੋਂ ਨਾਮਦਾਨ ਮਿਲ ਜਾਂਦਾ ਉਹ ਤੋਂ ਬਾਅਦ ਕੋਈ ਸਵਾਲ ਨਹੀਂ, ਸਿਰਫ ਜਵਾਬ ਹੀ ਜਵਾਬ। ਔਰ ਮੈਨੂੰ ਸਮਝ ਨਹੀਂ ਆ ਰਿਹਾ। ਨਹੀਂ ਬੇਟਾ ਜਦੋਂ ਨਾਮਦਾਨ ਮਿਲ ਕੇ ਅਗਰ ਆਪਾਂ ਭਜਨ ਸਿਮਰਨ ਕਰਾਂਗੇ ਫਿਰ ਤਾਂ ਜਵਾਬ ਹੀ ਜਵਾਬ ਹੈ। ਮਗਰ ਜੇ ਨਾਮਦਾਨ ਲੈ ਕੇ ਆਪਾਂ ਭਜਨ ਸਿਮਰਨ ਹੀ ਨਹੀਂ ਕੀਤਾ ਫਿਰ ਤਾਂ ਸਵਾਲ ਹੀ ਸਵਾਲ ਹੈ। ਤੇ ਬਾਬਾ ਜੀ ਉਹ ਬਲ ਬਖਸ਼ੋ ਕਿ ਆਪਾਂ ਤੁਹਾਡਾ ਭਜਨ ਸਿਮਰਨ ਕਰ ਸਕੀਏ ਤੇ ਤੁਹਾਨੂੰ ਜਵਾਬ ਦੇ ਕਾਬਲ। ਨਹੀਂ ਬੇਟਾ ਬਲ ਕਿੰਨਾ ਖੋਰ ਚਾਹੀਦਾ ਸਾਨੂੰ। ਉਹਨੇ ਆਪਾਂ ਨੂੰ ਇਨਸਾਨ ਦਾ ਜਨਮ ਦਿੱਤਾ, ਇਹ ਵੀ ਉਹਦੀ ਬਖਸ਼ਿਸ਼ ਹੈ। ਜਨਮ ਦੇ ਕੇ ਸਾਡੇ ਅੰਦਰ ਉਹ ਜਾਗਰਤਾ ਲਿਆਤੀ ਕਿ ਆਪਾਂ ਰੂਹਾਨੀਅਤ ਦੇ ਤਰਫ ਮੁੜੇ, ਇਹ ਵੀ ਉਹਦੀ ਬਖਸ਼ਿਸ਼ ਹੈ। ਸਾਨੂੰ ਨਾਮਦਾਨ ਦੇਤਾ, ਇਹ ਵੀ ਉਹਦੀ ਬਖਸ਼ਿਸ਼ ਹੈ। ਹੁਣ ਉਹਨੂੰ ਕਿਵੇਂ ਆਪਾਂ ਹਜ਼ਮ ਕਰਕੇ ਆਪਣੀ ਰੋਜ਼ਮਰਰਾ ਜ਼ਿੰਦਗੀ 'ਚ ਜ਼ਾਹਿਰ ਕਰਨਾ, ਇੰਨਾ ਤਾਂ ਸਾਨੂੰ ਕਰਨਾ ਚਾਹੀਦਾ ਹੈ ਨਾ। ਬਾਬਾ ਜੀ ਇੱਕ ਦਿਲ 'ਚ ਮੇਰਾ ਸਵਾਲ ਕੋਈ ਨਹੀਂ, ਪਰ ਇੱਕ ਡਾਊਟ ਹੈ ਉਹ ਕਲੀਅਰ ਕਰਨਾ ਚਾਹੁੰਦਾ। ਤੇ ਜਦੋਂ ਨਾਮਦਾਨ ਦੀ ਬਖਸ਼ਿਸ਼ ਹੋਈ ਸੀ ਪਰਚੀਆਂ 'ਚ ਮੈਨੂੰ ਉਹਨਾਂ ਨੇ ਪੁੱਛਿਆ ਸੀ, ਕਹਿੰਦੇ ਕਿ ਤੁਹਾਨੂੰ ਰੈਗੂਲਰ ਤੁਸੀਂ ਸਤਸੰਗ ਜਾਂਦੇ ਹੋ? ਤਾਂ ਉਹ ਫਲੋ ਵਿੱਚ ਮੇਰੇ ਤੋਂ ਕਿਹਾ ਹੋਇਆ ਹਾਂਜੀ, ਬਟ ਮੈਂ ਨਹੀਂ ਜਾਂਦਾ ਸੀ ਉਸ ਟਾਈਮ। ਬਟ ਉਹ ਤੋਂ ਜਦੋਂ ਮੈਨੂੰ ਨਾਮਦਾਨ ਦੀ ਵਾਰੀ ਆਈ ਉਹ ਤੋਂ ਬਾਅਦ ਮੈਨੂੰ ਪੁੱਛਿਆ ਗਿਆ ਫਿਰ ਉਹੀ ਕੁਐਸਚਨ, ਸੇਮ ਕੁਐਸਚਨ, ਹੋਰ ਕੋਈ ਕੁਐਸਚਨ ਨਹੀਂ ਪੁੱਛਿਆ। ਤੁਸੀਂ ਸਤਸੰਗ ਜਾਂਦੇ ਹੋ? ਮੈਂ ਉਹਨਾਂ ਨੂੰ ਸੱਚ ਕਿਹਾ ਕਿ ਹਾਂਜੀ ਮੈਂ 4-5 ਮਹੀਨੇ 'ਚ ਇੱਕ ਵਾਰੀ ਜਾਂਦਾ ਹਾਂ। ਤੇ ਉਹਨਾਂ ਨੇ ਮੈਨੂੰ ਸਾਈਟ ਕੱਟਤਾ ਲਾਈਨ ਤੋਂ, ਤੇ ਫਿਰ ਮੈਨੂੰ ਹੈੱਡ ਕੋਲ ਲੈ ਕੇ ਜੋ ਵੀ ਸੀਗੇ ਉਹਨਾਂ ਦੇ, ਉਹਨੇ ਮੈਨੂੰ ਪਰਚੀ ਨੂੰ ਫਿਰ ਉਹੀ ਕੁਐਸਚਨ ਪੁੱਛਿਆ ਤੇ ਕਹਿੰਦੇ ਕਿ ਜਾਓ ਤੁਸੀਂ ਅੱਗੇ ਜਾਓ ਨਾਮਦਾਨ ਦੇ। ਤੇ ਬਾਬਾ ਜੀ ਮੈਂ ਸਹੀ ਕੀਤਾ, ਯਾਨੀ ਕਿ ਉਹਨਾਂ ਨੂੰ ਉੱਥੇ ਉਹ ਦੱਸ ਕੇ। ਬੇਟਾ ਹੁਣ ਜੋ ਪੁਰਾਣਾ ਗੱਲਾਂ ਹੈਗੀਆਂ ਉਹਨਾਂ ਨੂੰ ਕਾਹਨੂੰ ਲੱਗਦੇ ਹੋ, ਅੱਗੇ ਦੇਖੋ। ਠੀਕ ਹੈ ਬਾਬਾ ਜੀ। ਕਿ ਆਪਾਂ ਆਪਣਾ ਜਿਹੜਾ ਅੱਗਾ ਹੈ ਨਾ ਉਹਨੂੰ ਬਚਾ ਕੇ ਰੱਖੀ। ਹੁਣ ਪੁਰਾਣਾ ਕੀ ਹੋਇਆ ਸੀ, ਕੀ ਕਹਿ ਸਕਦੇ ਸੀ, ਨਹੀਂ ਕਹਿ ਸਕਦੇ ਸੀ, ਉਹ ਵਕਤ ਖਤਮ ਹੋ ਗਿਆ। ਉਹਨਾਂ ਨੂੰ ਇੰਨਾ ਯਾਦ ਰੱਖੋ ਕਿ ਆਪਾਂ ਅੱਗੇ ਤੋਂ ਕੋਈ ਗਲਤੀ ਨਾ ਕਰੀਏ। ਮਗਰ ਜੇ ਉਹਨਾਂ ਦੇ ਨਾਲ ਜੁੜੇ ਜਾ ਰਵਾਂਗੇ ਤਾਂ ਸਾਨੂੰ ਅਗਲਾ ਕਦਮ ਚੁੱਕਣਾ ਮੁਸ਼ਕਲ ਪੈ ਜਾਊਗਾ। ਇਸ ਕਰਕੇ ਆਪਣਾ ਅੱਗਾ ਬਚਾ ਕੇ ਰੱਖੋ, ਸੋਚ ਵਿਚਾਰ ਕੇ ਕਦਮ ਚੁੱਕੋ, ਔਰ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹੜਾ ਮਾਲਿਕ ਤੋਂ ਵਿਛੋੜਾ ਦੇ ਦੇ। ਫਿਰ ਬਾਬਾ ਜੀ ਮੈਂ ਸੋਚਾਂ ਆਉਂਦੀਆਂ ਮਨ ਵਿੱਚ, ਮਨ ਨਹੀਂ ਟਿਕਦਾ। ਤੁਸੀਂ ਰੱਖ ਲਓ ਬਾਬਾ ਜੀ। ਬੇਟਾ ਉਹ ਲਾਜ਼ਮੀ ਹੈ। ਦੇਖੋ ਪੁਰਾਣੇ ਜਨਮ ਹੈ, ਉਹਨਾਂ ਦੇ ਪ੍ਰਭਾਵ ਪਏ ਹੋਏ ਹਨ, ਉਹਨਾਂ ਦੇ ਨਾਲ ਉਹ ਜੋ ਵੀ ਜ਼ਿੰਦਗੀ ਦੀ ਕਿਤਾਬ 'ਚ ਲਿਖਿਆ ਉਹ ਬਾਰ-ਬਾਰ ਅੱਗੇ ਆਊਗਾ ਸਾਡੇ। ਜਿੰਨਾ ਚਿਰ ਆਪਾਂ ਉਹਨੂੰ ਮਿਟਾਵਾਂਗੇ ਨਹੀਂ ਤਾਂ ਉਹ ਸੋਚਾਂ ਤਾਂ ਆਉਣਗੀਆਂ। ਹੁਣ ਸਾਨੂੰ ਭਜਨ ਸਿਮਰਨ ਦਿੱਤਾ ਗਿਆ। ਕੰਪਿਊਟਰ ਹੁੰਦਾ ਨਾ, ਕੰਪਿਊਟਰ ਜਦੋਂ ਖਰੀਦਦੇ ਹੋ ਉਹਦੀ ਕੋਈ ਮੈਮਰੀ ਨਹੀਂ ਹੁੰਦੀ। ਤੁਸੀਂ ਉਹਦੇ ਵਿੱਚ ਫੀਡ ਇਨ ਕਰਦੇ ਹੋ, ਜੋ ਫੀਡ ਇਨ ਕਰੋਗੇ ਉਹੀ ਆਊਟਪੁੱਟ ਹੋਊਗਾ। ਹੁਣ ਸਾਡੀ ਜਿਹੜੀ ਜ਼ਿੰਦਗੀ ਦਾ ਕੰਪਿਊਟਰ ਹੈ ਉਹਦੇ ਵਿੱਚ ਜੋ ਵੀ ਆਪਾਂ ਕੀਤਾ ਹੈ, ਦੇਖਿਆ ਹੈ, ਪਾਇਆ ਹੈ, ਉਹ ਉਹਦੀ ਮੈਮਰੀ ਵਿੱਚ ਚਲੇ ਗਿਆ। ਹੁਣ ਅਸੀਂ ਸੋਚਦੇ ਹਾਂ ਕਿ ਵੀ ਇਹ ਗਲਤ ਹੋ ਗਿਆ, ਅਸੀਂ ਡਿਲੀਟ ਕਰਨਾ। ਹੁਣ ਤੁਸੀਂ ਸਕਰੀਨ ਦੇ ਉੱਤੇ ਅੱਗੇ ਲਿਆਓਗੇ ਤਾਂ ਹੀ ਡਿਲੀਟ ਹੋਊਗਾ। ਹੁਣ ਉਸ ਵਕਤ ਉਹਨੂੰ ਡਿਲੀਟ ਦਾ ਬਟਨ ਪ੍ਰੈਸ ਕਰਨ ਦੇ ਬਜਾਏ ਆਪਾਂ ਉਹਦੀ ਪਰਖ ਕਰਨੀ ਸ਼ੁਰੂ ਕਰ ਦਿੰਦੇ ਹਾਂ ਤਾਂ ਕੀ ਹੋਊਗਾ? ਵਾਪਸ ਜਾ ਕੇ ਸਮਾ ਜਾਊਗਾ ਬੇਟਾ। ਸੋ ਇਸ ਕਰਕੇ ਭਜਨ ਸਿਮਰਨ ਦਿੱਤਾ ਕਿ ਆਪਾਂ ਉਹ ਸਾਫ਼ ਕਰਦੇ ਜਾਈਏ,
ਔਰ ਚੰਗੀਆਂ ਚੀਜ਼ਾਂ ਸੋਚੀਏ ਕਿ ਜਿਹੜੀ ਜਿੰਨੀ ਵੀ ਨੈਗੇਟਿਵਿਟੀ ਆ ਉਹ ਸਾਰੀ ਡਾਇਲਿਊਟ ਹੋ ਕੇ, ਜਿੰਨੀ ਡਾਇਲਿਊਟ ਹੋਊਗੀ ਉਨੀਆਂ ਆਦਤਾਂ ਚੰਗੀਆਂ ਪੈਣਗੀਆਂ ਬੇਟਾ। ਕਿਰਪਾ ਕਰੋ ਬਾਬਾ ਜੀ। ਬਾਬਾ ਜੀ ਮੈਂ ਜਦੋਂ ਵੀ ਭਜਨ ਸਿਮਰਨ ਤੇ ਬੈਠਦੀ ਹਾਂ ਮੈਂ ਕੋਸ਼ਿਸ਼ ਕਰਦੀ ਕਿ ਮੈਂ ਪੂਰਾ ਟਾਈਮ ਲਗਾਵਾਂ, ਬਟ ਅੱਧੇ ਘੰਟੇ ਤੋਂ ਬਾਅਦ ਮੇਰੇ ਕੋਲ ਬੈਠਾ ਨਹੀਂ ਜਾਂਦਾ। ਇਹ ਤਾਂ ਕਰਨਾ ਹੈ ਬੇਟਾ। ਠੀਕ ਹੈ ਕਿ ਮਨ ਵਿੱਚ ਸਾਨੂੰ ਮਨ ਖਿੱਚਦਾ ਹੈ ਇੱਧਰ ਉੱਧਰ, ਮਗਰ ਇਹ ਤਾਂ ਕਰਕੇ ਕਰਨਾ ਪਊ ਬੇਟਾ। ਕਈ ਚੀਜ਼ਾਂ ਹੁਣ ਜਿਵੇਂ ਬੇਟਾ ਰੋਟੀ ਹੈ, ਤੁਹਾਨੂੰ ਪਤਾ ਹੈ ਕਿ ਰੋਟੀ ਵਿੱਚ ਮੈਨੂੰ ਅੱਧਾ ਘੰਟਾ ਲੱਗ ਜੂਗਾ। ਹੁਣ ਤੁਸੀਂ ਸੋਚਿਓ ਮੈਂ 5 ਮਿੰਟਾਂ 'ਚ ਮੈਂ ਬਣਾ ਦੂੰਗੀ ਤਾਂ ਕੱਚੀ ਰਹਿ ਜੂਗੀ ਨਾ, ਹਜਮ ਵੀ ਨਹੀਂ ਹੋਣੀ, ਕਿਸੇ ਨੂੰ ਚੰਗੀ ਵੀ ਨਹੀਂ ਲੱਗਣੀ। ਸੋ ਹਰ ਇੱਕ ਚੀਜ਼ ਦਾ ਬੇਟਾ ਇੱਕ ਦਾਇਰਾ ਜਿਹਾ ਹੁੰਦਾ ਹੈ। ਜਿੰਨਾ ਚਿਰ ਦਾਇਰੇ ਵਿੱਚ ਬੱਚਾ ਕਹੇ ਕਿਤਾਬ ਖੋਲੀ ਤਾਂ ਬੰਦ ਕਰਤੀ ਕਿ ਮੈਂ ਹੋ ਗਈ ਜੀ ਪੜ੍ਹਾਈ, ਤੁਸੀਂ ਕਹੋਗੇ ਕਾਹਦੀ ਪੜ੍ਹਾਈ ਤੇਰੀ ਹੋਈ। ਸੋ ਉਸ ਦਾਇਰੇ ਵਿੱਚ ਰਹਿ ਕੇ ਆਪਾਂ ਨੂੰ ਕਰਨ ਦੀ ਲੋੜ ਹੈ। ਜਲਦਬਾਜ਼ੀ ਕਰਾਂਗੇ ਤਾਂ ਫਿਰ ਕੀ ਹੋਊਗਾ ਬੇਟਾ। ਬਾਬਾ ਜੀ ਤੁਸੀਂ ਮੁਕੇਰੀਆਂ ਆਏ, ਸਾਡੀ ਸੇਵਾ ਲਗਾਈ, ਸੰਗਤ ਨੂੰ ਦਰਸ਼ਨ ਦਿੱਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੀ ਸੰਗਤ ਮੇਰਾ ਸਾਰੀ- ਕਾਹਦਾ ਧੰਨਵਾਦ ਹੈ, ਮਿਹਨਤ ਤੁਸੀਂ ਕਰਦੇ ਹੋ ਨਹੀਂ, ਹੈ, ਵਕਤ ਤੁਸੀਂ ਕੱਢਦੇ ਹੋ, ਮਿਹਨਤ ਤੁਹਾਡੀ ਹੈ, ਖੂਨ ਪਸੀਨਾ ਤੁਸੀਂ ਬਹਾਉਂਦੇ ਹੋ। ਮੇਰਾ ਤਾਂ ਐਵੇਂ ਨਾਮ ਲੱਗ ਜਾਂਦਾ ਹੈਗਾ। ਸਾਰੀ ਸੰਗਤ ਮੈਨੂੰ ਤਾਂ ਤੁਹਾਡਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਤੁਸੀਂ ਇੰਨਾ ਕੀਤਾ ਸਾਰਿਆਂ ਨੇ। ਸਾਰੀ ਸੰਗਤ ਸੇਵਾਦਾਰ ਵੱਲੋਂ ਰਾਧਾ स्वामी बाबा जी। राधा स्वामी बाबा जी, जिस टाइम मैं भजन सिमरन पे बैठती हूँ कई बार तो ठीक होता है, कई बार दिमाग पे वो थोड़ा हो जाता है, मेरे को ऐसे लगता है कि मेरा भजन ठीक बन रहा है कि नहीं। ये बेटा ठीक और गलत नहीं है भजन सिमरन में। प्यार में कोई चीज सही और गलत होती है? प्यार तो प्यार होता है ना, तो परख में मत पड़े आप, ठीक है ना। मालिक को याद कर रहे हैं, मालिक का शुक्र कर रहे हैं, उसमें गलत क्या हो सकता है। सो आप परख मत करें, बस आप कहें कि मैंने तो मालिक से रिश्ता जोड़ना ही जोड़ना। हाँ जी। और बाबा जी मेरे पति की डेथ हो गई थी, सब संगत ने रल के बहुत, सेक्रेटरी साहब ने, सब ने बहुत प्यार दिया है। और बेटा भी बहुत बढ़िया है बाबा जी, अपने पापा की भी संभाल, मम्मी की संभाल पूरी करता है। और सारा मेरे को ना कभी कभी याद आती है बहुत, पहले आपकी आती है फिर उनकी आती है। नहीं वो तो आएगी बेटा, आएगी। जाने वाले की जिसके साथ जिंदगी गुजारी हो ना, उसकी याद तो आती है और आनी भी चाहिए। फिर मैं कहती हूँ कि बाबा जी आप ही हो हमारे, आप ही हो। नहीं मगर साथ में ये भी तो विचार करें ना कि अगर मालिक उनको अपने पास ले गए तो हमें तो खुश होना चाहिए। हम अपनी कमी देखते हैं क्योंकि आपको याद आती है, इसलिए आप वो देखते हैं, फिर तो वो तो हमारा थोड़ा सा फिर स्वार्थ हो गया ना। हमने तो उसके हुक्म में रहना है। ये सोचो कि वो अपने मालिक के पास चले गए, अगर वो खुश हैं तो हम खुश हैं। और सबका बहुत, संगत का बहुत प्यार मिलता है बाबा जी, आपका भी बहुत प्यार, बड़े बाबा जी का बहुत प्यार मिलता है। आप ऐसे दया मेहर करना सारे परिवार पे, भाई पे, सब पे, सारी संगत। ਬਾਬਾ ਜੀ ਦਾ ਬਾਬਾ ਜੀ ਜਿੰਨਾ ਖਜ਼ਾਨਾ ਤੁਸੀਂ ਮੇਰੀ ਝੋਲੀ ਵਿੱਚ ਪਾਇਆ, ਮੇਰੇ ਸ਼ਬਦ ਬਿਆਨ ਨਹੀਂ ਕਰ ਸਕਦੇ। ਬਾਬਾ ਜੀ ਭਜਨ ਸਿਮਰਨ ਤੇ ਬੈਠਦੀ ਹਾਂ, ਦਿਲ ਕਰਦਾ ਬੈਠੀ ਰਵਾਂ, ਪਰ ਬਾਬਾ ਜੀ ਕੁਝ ਟਾਈਮ ਬਾਅਦ ਇੱਦਾਂ ਲੱਗਣ ਲੱਗ ਜਾਂਦਾ ਜਿਵੇਂ ਕੋਈ ਡਰ ਲੱਗਣ ਲੱਗ ਜਾਂਦਾ। ਬਾਬਾ ਜੀ ਇਹ ਰੁਕਾਵਟ ਕਿਉਂ ਆ ਰਹੀ ਹੈ? बेटा देखो डर साडी कमजोरी है, होर कुछ नहीं कर। हाँ जी। मन विच कोई ताकत नहीं, मन नूं ताकत तुसी दिंदे हो जो तुसी डर जांदे हो, मन ਉਹਨੂੰ इस्तेमाल करदा है। ਹੁਣ ਕੀ ਹੋ ਜਾਊਗਾ, ਭਜਨ ਸਿਮਰਨ 'ਚ ਬੈਠੇ ਆ, ਕੀ ਹੋ ਜਾਊਗਾ ਬੇਟਾ? ਵੱਧ ਤੋਂ ਵੱਧ ਆਦਮੀ ਪੂਰਾ ਹੋ ਜਾਊਗਾ, ਇਸ ਤੋਂ ਚੰਗੀ ਮੌਤ ਨਹੀਂ ਹੋ ਸਕਦੀ। ਮਗਰ ਕਦੇ ਸੁਣਿਆ ਕਦੇ ਕੋਈ ਕਿ ਭਜਨ ਸਿਮਰਨ 'ਚ ਮਰ ਗਿਆ? ਸੋ ਡਰਨ ਦੀ ਕੋਈ ਲੋੜ ਨਹੀਂ ਬੇਟਾ, ਇਹ ਮਨ ਦੇ ਬਹਿਕਾਵੇ ਹੈ। ਬਾਬਾ ਜੀ ਲੁਕ ਸੇਵਾ ਦੀ ਇੱਛਾ ਸੀਗੀ ਕਿ ਮਰਨ ਤੋਂ ਪਹਿਲਾਂ ਇੱਕ ਵਾਰੀ ਲੁਕ ਸੇਵਾ ਤੇ ਜਾਵਾਂ। ਟੀਚਰ ਆ ਬਾਬਾ ਜੀ, ਛੁੱਟੀ ਨਹੀਂ ਸੀ। ਤੁਸੀਂ ਇੰਨੀਆਂ ਰਹਿਮਤਾਂ ਦਿੱਤੀਆਂ ਬਾਬਾ ਜੀ, ਬਿਆਨ ਨਹੀਂ ਹੋ ਸਕਦਾ। ਬਾਬਾ ਜੀ ਮੋਗੇ ਜ਼ਰੂਰ ਆਇਓ, ਅਸੀਂ ਤੁਹਾਡਾ ਨਾਮ ਮਿਸਟਰ ਮੋਗਾ ਰੱਖ ਦੇਣਾ, ਮੋਗਾ ਸਿਰਫ ਤੁਹਾਡੇ ਜੋਗਾ ਬਾਬਾ ਜੀ। ਸਾਰੇ ਮੋਗੇ ਤੋਂ ਆਏ ਵੇ ਹੈ। ਥੈਂਕ ਯੂ ਬਾਬਾ ਜੀ। ਨਹੀਂ ਬੇਟਾ, ਜਿਵੇਂ ਮੈਂ ਬੇਨਤੀ ਕੀਤੀ ਨਾ, ਸੇਵਾ ਆਪਾਂ ਆਪਣੇ ਵਾਸਤੇ ਕਰਦੇ ਹਾਂ ਬੇਟਾ, ਕਿਸੇ ਹੋਰ ਵਾਸਤੇ ਨਹੀਂ। ਹਾਂਜੀ। ਆਪਾਂ ਨੂੰ ਲੋੜ ਹੈ ਸੇਵਾ ਦੀ, ਹਾਂਜੀ। ਕਿਉਂਕਿ ਭਜਨ ਸਿਮਰਨ ਵਿੱਚ ਕਿਵੇਂ ਮਨ ਦੇ ਨਾਲ ਉਲਝਣਾ ਪੈਂਦਾ ਹੈਗਾ। ਬਾਹਰ ਮਾਹੌਲ ਬਣੂਗਾ ਤਾਂ ਹੀ ਉਹਨੂੰ ਨਿਭਾ ਪਾਵਾਂਗੇ, ਮਨ ਵਿੱਚ ਨਿਮਰਤਾ ਆਊਗੀ, ਮਨ ਝੁਕਣਾ ਸਿੱਖੂਗਾ। ਸੋ ਇਸ ਕਰਕੇ ਬੇਟਾ ਭਾਵੇਂ ਕੋਈ ਸੇਵਾ ਹੋਵੇ, ਸੇਵਾ ਵੱਡੀ ਛੋਟੀ ਨਹੀਂ ਹੁੰਦੀ, ਤੁਸੀਂ ਕਿਸ ਭਾਵਨਾ ਦੇ ਨਾਲ ਸੇਵਾ ਕਰਦੇ ਹੋ ਉਹਦੇ ਵਿੱਚ ਫਰਕ ਹੁੰਦਾ ਬੇਟਾ। ਸੇਵਾ ਦੀ ਦਇਆ ਮੇਰ ਬਣਾਈ ਰੱਖਣਾ ਬਾਬਾ ਜੀ, ਭਜਨ ਸਿਮਰਨ ਤੇ।
ਨਹੀਂ ਹੁਣ ਤੁਸੀਂ ਟੀਚਰ ਹੋ ਤਾਂ ਮੈਨੂੰ ਵੀ ਕੁਝ ਟੀਚ ਕਰਕੇ ਜਾਓ ਨਾ। ਨਹੀਂ ਬਾਬਾ ਜੀ, ਨਹੀਂ ਟੀਚ ਕਰਨਾ ਤੇ ਫਿਰ ਬਾਬਾ ਚੰਗੀ ਜੀ ਜੋ ਟੀਚਰ ਹੈ। ਤੁਸੀਂ ਅੱਜ ਮੌਕਾ ਦਿੱਤਾ ਨਹੀਂ ਤੂੰ ਇੰਨੇ ਚੰਗੀ ਟੀਚਰ ਹੈ ਜੇ ਟੀਚ ਨਹੀਂ ਕਰਨਾ ਤੂੰ ਸਿੱਖਣ ਆਏ ਬਾਬਾ ਜੀ, ਹੈ। ਸਿੱਖਣ ਆਏ ਆ ਬਾਬਾ ਜੀ। ਇਹੀ ਗੱਲ ਹੈ ਬੇਟਾ, ਆਪਾਂ ਸਾਰਿਆਂ ਨੂੰ ਨਾ ਇਹਦੇ ਚੋਂ ਮੱਤ ਲੈਣੀ ਚਾਹੀਦੀ ਹੈ ਕਿ ਜ਼ਿੰਦਗੀ ਸਿੱਖਣ ਵਾਸਤੇ ਦਿੱਤੀ ਹੈ। ਮਨ ਨੂੰ ਖੁੱਲ੍ਹਾ ਰੱਖੋ ਕਿ ਆਪਾਂ ਰੋਜ਼ ਜ਼ਿੰਦਗੀ ਤੋਂ ਕੁਝ ਨਾ ਕੁਝ ਸਿੱਖਣਾ ਹੈ। ਬੱਚਿਆਂ ਤੋਂ ਵੀ ਸਿੱਖਣਾ ਤਾਂ ਵੱਡਿਆਂ ਤੋਂ ਵੀ ਸਿੱਖਣਾ ਹੈ। ਅਸੀਂ ਮਨ ਵਿੱਚ ਇਹ ਜਿਹੜੀ ਭਾਵਨਾ ਕਰ ਲੈਂਦੇ ਹਾਂ ਨਾ ਕਿ ਮੈਂ ਜਾਣਦਾ, ਆਪਾਂ ਕੁਝ ਨਹੀਂ ਜਾਣਦੇ ਬੇਟਾ। ਤੇ ਜੇ ਆਪਾਂ ਹਰੇਕ ਦਿਨ ਨੂੰ ਇਸ ਤਰ੍ਹਾਂ ਦੇਖਾਂਗੇ ਕਿ ਅਸੀਂ ਸਿੱਖਣ ਆਏ ਹਾਂ, ਕਦੇ ਗਲਤੀ ਨਹੀਂ ਹੁੰਦੀ ਬੇਟਾ। ਬਾਬਾ ਜੀ ਮੰਮੀ ਤੁਹਾਨੂੰ ਬਹੁਤ ਯਾਦ ਕਰਦੇ ਆ, ਦਰਸ਼ਨਾਂ ਦੇ ਦੀਦਾਰ ਬਖਸ਼ਿਓ ਰਾਤ ਸਮੇਂ। बाबा जी 1-to-1 चांस के लिए बहुत बहुत थैंक यू। कोई क्वेश्चन नहीं है, एक रिक्वेस्ट है, आप अपनी तरफ से जो मर्जी बोल दो या डांट दो, ये मोमेंट हमेशा याद रहे। कुछ भी। ਵਿਆਹ ਹੋਇਆ ਤੇਰਾ? नहीं जी। ਹੈ? नहीं जी। ਕਿਉਂ? ਤੂੰ ਕਿਉਂ ਕਿਸੇ ਕੁੜੀ ਦਾ ਹੱਕ ਮਾਰ ਰਿਹਾ ਹੈ? भाई जी जे मैरिज ना करें हम हाँ तो कर्म वैसे भी कट जाएंगे अगर जब मैरिज से कटने हो। ਬੇਟਾ ਸ਼ਾਦੀ ਤਾਂ ਇੱਕ ਇਹੋ ਜਿਹੀ ਗੱਲ ਹੈ, ਜਿਹਨੇ ਕੀਤੀ ਉਹ ਵੀ ਪਛਤਾਇਆ, ਜਿਹਨੇ ਨਹੀਂ ਕੀਤੀ ਉਹ ਵੀ ਪਛਤਾਇਆ। ਮਗਰ ਆਪਾਂ ਹੱਕ ਤਾਂ ਨਹੀਂ ਨਾ ਮਾਰਨਾ ਕਿਸੇ ਦਾ। ਹਾਂ ठीक है जी। ਕੋਈ ਬੈਠੀ ਆ ਕਿਤੇ ਨਾ ਕਿਤੇ, ਉਹ ਘਰੇ ਆਊਗੀ ਤੈਨੂੰ ਡਾਂਟ ਡੂੰਟ ਮਾਰੂਗੀ, ਤੈਨੂੰ ਦਬਾਊਗੀ, ਫਿਰ ਤੂੰ ਜਾ ਕੇ ਮਾਲਕ ਨੂੰ ਯਾਦ ਕਰੇਗਾ, ਫਿਰ ਹੋਰ ਭਜਨ ਸਿਮਰਨ ਕਰੇਗਾ, ਦੁਖੀ ਹੋ ਗਏ। कर लेंगे मैरिज, कर लेंगे। ਰਾਧਾ ਸਾਮੀ ਬਾਬਾ ਜੀ, ਮੈਨੂੰ ਯਕੀਨ ਨਹੀਂ ਹੋ ਰਿਹਾ ਬਾਬਾ ਜੀ ਕਿ ਮੈਂ ਤੁਹਾਡੇ ਅੱਗੇ ਖੜੀ ਹਾਂ। ਸੁਪਨਾ ਲੱਗ ਰਿਹਾ ਇੱਕ, ਬਿਲਕੁਲ। ਥੈਂਕਸ ਬਾਬਾ ਜੀ ਮੇਰੀ ਪਰਚੀ ਕੱਢਣ ਦਾ, ਥੈਂਕਸ ਬਾਬਾ ਜੀ। ਤੁਹਾਡੇ ਪ੍ਰੇਮ ਨੇ ਸਾਨੂੰ ਬਹੁਤ ਕੁਝ ਸਿਖਾਇਆ। ਕੋਈ ਦੁੱਖ ਆਉਂਦਾ ਹੈ, ਕੋਈ ਸੁੱਖ ਆਉਂਦਾ ਹੈ, ਤੁਸੀਂ ਸਾਨੂੰ ਐਵੇਂ ਕੰਬਲੀ 'ਚ ਲੁਕੋ ਲੈਂਦੇ ਹੋ ਆਪਣੀ, ਕਿ ਸਾਨੂੰ ਨਹੀਂ ਕੁਝ ਪਤਾ ਲੱਗਦਾ ਬਾਹਰ ਕੀ ਹੋ ਰਿਹਾ। ਬਾਬਾ ਜੀ ਬਹੁਤ ਪ੍ਰੇਮ ਤਾਕਤ ਦਿੱਤੀ ਬਾਬਾ ਜੀ, ਥੈਂਕਸ ਬਾਬਾ ਜੀ। ਬੇਟਾ ਤਾਕਤ ਤੁਹਾਡੀ ਹੈ। ਤੁਸੀਂ ਦੇਖੋ ਨਾ ਗਰਮੀ ਦੇਖਦੇ ਹੋ ਨਾ ਸਰਦੀ ਦੇਖਦੇ ਹੋ। ਇਸ ਵਕਤ ਇੰਨੀ ਗਰਮੀ 'ਚ ਆ ਕੇ ਤੁਸੀਂ ਜਿਹੜੀ ਲੁਕ ਸੇਵਾ ਕਰਦੇ ਹੋ ਤਾਂ ਸ਼ਾਬਾਸ਼ੀ ਤਾਂ ਤੁਹਾਡੀ ਬਣਦੀ ਹੈ ਨਾ। ਨਹੀਂ ਬਾਬਾ ਜੀ ਤੁਹਾਡਾ ਥੈਂਕਸ ਹੈ ਬਾਬਾ ਜੀ। ਨਹੀਂ ਮੇਰਾ ਕਾਹਦਾ ਥੈਂਕਸ ਹੈ? ਤੁਸੀਂ ਸਾਨੂੰ ਬੁਲਾਉਂਦੇ ਹੋ। ਨਹੀਂ ਕੰਮ ਤੁਸੀਂ ਕਰਦੇ ਹੋ, ਸ਼ਾਬਾਸ਼ੀ ਮੈਨੂੰ ਮਿਲ ਜਾਂਦੀ ਹੈ। ਮੇਰੇ ਵਾਸਤੇ ਤਾਂ ਬਹੁਤ ਹੀ ਸਸਤਾ ਸੌਦਾ ਹੈ। हाँ चढ़ा रूप पर प्रेम का रंग, चढ़ा रूप पर प्रेम का रंग, ऐसी होली खेली सतगुरु के संग, ऐसी होली खेली ना किसी के संग, जैसी खेली सतगुरु के संग, ऐसी मारी नैनों की पिचकारी, भी गई सुरत सारी, अब यह पहुंच गई सचखंड, यहीं पर है प्रेम का रंग, यहीं पर है प्रेम का रंग। ਰਾਧਾ ਸਵਾਮੀ ਬਾਬਾ ਜੀ, ਰਾਧਾ ਸਵਾਮੀ ਜੀ। ਬਾਬਾ ਜੀ ਜਦੋਂ ਆਪਾਂ ਨੂੰ ਕੋਈ ਸਫਲਤਾ ਵੇਲੇ ਕੁਝ ਧਾਰਨਾਵਾਂ ਦਿੱਤੀਆਂ ਜਾਂਦੀਆਂ ਨੇ, ਉਹ ਧਾਰਨਾਵਾਂ ਆਪਾਂ ਨੂੰ ਤੁਹਾਡਾ ਭਾਣਾ ਮੰਨਣ ਵਾਸਤੇ ਦਿੱਤੀਆਂ ਜਾਂਦੀਆਂ ਨੇ ਜਾਂ ਉਸ ਧਾਰਨਾਵਾਂ ਦਾ ਕੋਈ ਆਪਣਾ ਅਲੱਗ ਤੋਂ ਮਕਸਦ ਹੁੰਦਾ ਹੈ? ਬੇਟਾ ਦੁਨੀਆ 'ਚ ਮਿਹਨਤ ਕਰਨੀ ਚਾਹੀਦੀ ਹੈ, ਅੱਗੇ ਵਧਣਾ ਚਾਹੀਦਾ ਬੇਟਾ, ਕਿਸੇ ਨੂੰ ਪਿੱਛੇ ਨਹੀਂ ਜਾਣਾ ਚਾਹੀਦਾ। ਮਗਰ ਜਦੋਂ ਆਪਾਂ ਕਦਰ ਨਹੀਂ ਨਾ ਕਰਦੇ ਕਿਸੇ ਚੀਜ਼ ਦੀ, ਉਦੋਂ ਫਿਰ ਸਾਨੂੰ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ। ਆਪਾਂ ਤਾਂ ਬੇਟਾ ਹਰੇਕ ਸਵਾਸ ਦੇ ਨਾਲ ਉਹਦਾ ਸ਼ੁਕਰ ਕਰਨਾ ਹੈ। ਅਸੀਂ ਕਿਸ ਲਾਇਕ ਨਹੀਂ, ਉਹਨੇ ਜੋ ਵੀ ਦਿੱਤਾ ਹੈ ਉਸ ਤੋਂ ਜ਼ਿਆਦਾ ਦਿੱਤਾ ਹੈ। ਹੁਣ ਤੁਸੀਂ ਦੇਖੋ ਪਰਿਵਾਰ ਵਿੱਚ ਜਿਹੜਾ ਬੱਚਾ ਕਦਰ ਕਰਦਾ ਹੈ, ਜੋ ਬਾਪ ਦਿੰਦਾ ਹੈ, ਮਾਂ ਬਾਪ ਬੜੀ ਖੁਸ਼ੀ ਨਾਲ ਦਿੰਦੇ ਹੈ। ਜਿਹਨੂੰ ਕਦਰ ਨਹੀਂ ਗਈ ਉਸ ਤੋਂ ਇਹ ਨਹੀਂ ਕਿ ਉਹਨੂੰ ਦੇਣਾ ਨਹੀਂ, ਉਹਨੂੰ ਹੱਕ ਓਨਾ ਹੀ ਦੇਣਾ ਹੈ, ਮਗਰ ਉਹ ਇੰਤਜ਼ਾਰ 'ਚ ਰਹਿੰਦੇ ਹੈ ਕਿ ਇਹ ਕਦਰ ਕਰੇ ਉਸ ਚੀਜ਼ ਦੀ। ਆਪਾਂ ਕਦਰ ਕਰਾਂਗੇ, ਮਾਲਿਕ ਸਾਰਾ ਕੁਝ ਦੇਊਗਾ ਬੇਟਾ। ਬਾਬਾ ਜੀ ਇੱਕ ਸਾਸੰਗ ਵਿੱਚ ਕੁਝ ਟਾਈਮ ਪਹਿਲਾਂ ਕਿਹਾ ਗਿਆ ਕਿ ਮਾਲਕ ਨੇ ਤੁਹਾਡਾ ਇੱਕ ਬੀਮਾ ਕਰਤਾ ਹੈਗਾ, ਤੁਹਾਨੂੰ ਬਸ ਉਹਦੀ ਕਿਸ਼ਤ ਤਾਰਨੀ ਪਏਗੀ। ਉਹਦੀ ਕਿਸ਼ਤ ਇੱਕ ਸਿਰਫ 2.5 ਘੰਟੇ ਹੈਗੀ। ਉਹ ਇੱਥੇ ਸਿਰਫ ਪਿਆਰ ਦੀ ਕਿਸ਼ਤ ਹੈ। ਇਹ ਭਜਨ ਸਿਮਰਨ ਵੀ ਕਰਦੇ ਆ ਪਿਆਰ ਆਪਣੇ ਅੰਦਰੋਂ ਉਹਦਾ ਸ਼ੁਕਰ ਅਦਾ ਕਰਨ ਵਾਸਤੇ। ਬੇਟਾ ਜਿੱਥੇ ਪਿਆਰ ਹੁੰਦਾ ਉੱਥੇ, ਹੁਣ ਤੁਸੀਂ ਦੇਖੋ ਆਪਾਂ, ਚਲੋ ਇਹ ਤਾਂ ਬੜਾ ਉੱਚਾ ਪਿਆਰ ਹੈ, ਤੁਸੀਂ ਮੁੰਡੇ ਕੁੜੀ ਦਾ ਪਿਆਰ ਦੇਖ ਲਓ ਹੈ। ਉਹ ਘੰਟੋ ਘੰਟੇ ਉਹ ਬਾਗ 'ਚ ਬੈਠੇ ਰਹਿਣਗੇ, ਇੱਕ ਦੂਜੇ ਨੂੰ ਦੇਖਦੇ ਰਹਿਣਗੇ। ਸਾਡੇ ਤੋਂ 2.5 ਘੰਟੇ ਨਹੀਂ ਬੈਠਿਆ ਜਾਂਦਾ, ਤੇ ਫਿਰ ਕਾਹਦਾ ਪਿਆਰ ਹੋਇਆ ਸਾਡਾ? ਬਾਬਾ ਇੱਕ ਤੁਹਾਡਾ ਪ੍ਰੋਮਿਸ ਚਾਹੀਦਾ ਹੈਗਾ ਪੱਕੇ ਦਿਲੋਂ। ਜੋ ਦਿਲ ਦੀ ਅਵਸਥਾ ਹੈ ਨਾ,
ਜੋ ਦੁੱਖ ਵੇਲੇ ਤੁਹਾਡੀ ਅਵਸਥਾ ਬਣਦੀ ਉਹ ਸਾਰੀ ਉਮਰ ਕਦੇ ਵੀ ਨਾ ਵਿਛੜੇ ਸਾਡੇ ਤੋਂ। ਆਪਾਂ ਬੇਟਾ ਕੁਛ ਨਹੀਂ ਮੰਗਣਾ, ਨਾ ਦੁੱਖ ਮੰਗਣਾ ਨਾ ਸੁੱਖ ਮੰਗਣਾ, ਆਪਾਂ ਤਾਂ ਭਾਣੇ 'ਚ ਰਹਿਣਾ ਬੇਟਾ। ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਬਾਬੇ ਨਾਮਦਾਨ ਦੀ ਬਖਸ਼ੀ ਜ਼ਰੂਰ ਕਰ। ਬਾਬਾ ਜੀ ਬੜੀ ਕੋਸ਼ਿਸ਼ ਕਰੀਦੀ ਹੈ ਭਜਨ ਸਿਮਰਨ ਕਰਨ ਦੀ, ਪਰ ਅਜੇ ਤੱਕ ਬਣਿਆ ਨਹੀਂ ਕੁਛ ਵੀ। ਦਇਆ ਮਿਹਰ ਕਰੋ। ਬੀਬਾ ਆਪਾਂ ਪਰਖਾਂ 'ਚ ਨਹੀਂ ਪੈਣਾ। ਹਾਂਜੀ। ਇਹ ਕਿਹੜਾ ਥਰਮੋਮੀਟਰ ਹੈ ਜਿਹਦੇ ਨਾਲ ਆਪਾਂ ਮਿਲ ਸਕਦੇ ਹਾਂ ਕਿ ਬਣੀ ਹੈ ਕਿ ਨਹੀਂ ਬਣੀ ਹੈ? ਆਪਾਂ ਇੱਕ ਜ਼ਿੰਮੇਵਾਰੀ ਚੁੱਕੀ ਸੀ, ਆਪਾਂ ਉਹ ਨਿਭਾਉਣੀ ਹੈ। ਹਜ਼ੂਰ ਕਿਆ ਕਰਦੇ ਸੀ, ਮਨ ਲੱਗੇ ਜਾਂ ਨਾ ਲੱਗੇ ਤੁਸੀਂ ਬੈਠੋ, ਤੁਸੀਂ ਬੈਠੋ। ਆਪਾਂ ਬਰਤਨ ਸਾਫ਼ ਰੱਖਣਾ ਹੈ, ਭਰਨਾ ਉਹਨੇ ਹੈ। ਸੋ ਪਰਖਾਂ 'ਚ ਨਾ ਪਾਓ, ਆਪਣੇ ਵੱਲੋਂ ਮਿਹਨਤ ਕਰੀ ਚੱਲੋ, ਬਾਕੀ ਮਹਾਰਾਜ ਤੇ ਛੱਡੋ। ਬਾਬਾ ਜੀ ਇੱਕ ਮਾਮੂਲੀ ਬੂੰਦ ਨੂੰ ਸਤਨਾਮ ਰੂਪੀ ਸਮੁੰਦਰ ਵਿੱਚ ਸਮਾਣਾ ਚਾਹੁੰਦੀ ਹੈ। ਕੋਈ ਤੁਸੀਂ ਮਿਹਨਤ ਕਰੋਗੇ ਜ਼ਰੂਰ ਮਾਲਿਕ ਬਖਸ਼ਿਸ਼ ਕਰਨਗੇ। ਬਾਬਾ ਜੀ ਸਤਸੰਗ ਸੇਵਾ ਸਿਮਰਨ ਔਰ ਅੰਦਰਲੇ ਦਰਸ਼ਨਾਂ ਦਾ ਵੀ ਦੀਦਾਰ ਨਾਲ ਬਖਸ਼ਣਾ ਬਾਬਾ ਜੀ। ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਮੌਕਾ ਦਿੱਤਾ ਹੈ। ਬਾਬਾ ਜੀ ਤੁਹਾਡੇ ਅੰਦਰ ਜਲਦੀ ਦਰਸ਼ਨ ਕਿਵੇਂ ਕੀਤੇ ਜਾ ਸਕਦੇ ਜੀ? ਬੇਟਾ ਦਰਸ਼ਨ ਦਿੱਤੇ ਜਾਂਦੇ ਆ, ਲਿੱਤੇ ਨਹੀਂ ਜਾਂਦੇ। ਆਪਾਂ ਤਾਂ ਆਪਣੇ ਆਪ ਨੂੰ ਉਸ ਚੀਜ਼ ਦੇ ਲਾਇਕ ਬਣਾਉਣ ਦੀ ਕੋਸ਼ਿਸ਼ ਕਰਨਾ ਹੈ ਬੇਟਾ, ਕਿਉਂਕਿ ਇਹ ਪਿਆਰ ਦਾ ਰਿਸ਼ਤਾ ਹੈਗਾ। ਤਾਂ ਜਦੋਂ ਸੱਚੇ ਦਿਲ ਦੇ ਨਾਲ ਆਪਾਂ ਪ੍ਰੇਮ ਔਰ ਪਿਆਰ ਦੀ ਅਵਸਥਾ ਵਿੱਚ ਪਹੁੰਚਾਂਗੇ, ਆਪਣੇ ਆਪ ਦਰਸ਼ਨ ਹੋਣਗੇ ਬੇਟਾ। ਠੀਕ ਹੈ ਬਾਬਾ ਜੀ, ਰੂਹਾਨੀਅਤ ਅਤੇ ਸਮਾਜ ਦੇ ਵਿੱਚ ਅਸੀਂ ਬੈਲੈਂਸ ਕਿਸ ਤਰ੍ਹਾਂ ਰੱਖ ਸਕਦੇ ਹਾਂ ਕਿ ਜਿਸ ਨਾਲ ਸਤਿਗੁਰੂ ਹਮੇਸ਼ਾ ਖੁਸ਼ ਰਹੇ? ਬੇਟਾ ਇਹ ਚੀਜ਼ਾਂ ਸਮਝਾਈਆਂ ਨਹੀਂ ਜਾ ਸਕਦੀਆਂ, ਕਿਉਂਕਿ ਹਰੇਕ ਦੀ ਤਾਕਤ, ਹਰੇਕ ਦੀ ਕਮਜ਼ੋਰੀ ਅਲੱਗ-ਅਲੱਗ ਹੈਗੀ ਹੈ ਬੇਟਾ। ਇਹ ਤੁਸੀਂ ਬਣਾਉਣਾ ਹੈ ਬੇਟਾ। ਆਪਾਂ ਦੇਖੋ ਜ਼ਿੰਦਗੀ 'ਚ ਕਿਹੜਾ ਕੰਮ ਹੈ ਜਿਹੜਾ ਬੈਲੈਂਸ ਤੋਂ ਬਗੈਰ ਪੂਰਾ ਹੋਊਗਾ? ਸਾਈਕਲ ਚਲਾਉਂਦੇ ਹੋ, ਬੈਲੈਂਸ ਰੱਖੋਗੇ ਤਾਂ ਸਾਈਕਲ ਚੱਲੂਗਾ ਬੇਟਾ। ਰੋਟੀ ਖਾਂਦੇ ਆ, ਰੋਟੀ ਵਿੱਚ ਕਿੰਨੇ ਫੈਟ, ਕਾਰਬੋਹਾਈਡਰੇਟ, ਪ੍ਰੋਟੀਨ ਸਾਰੇ ਥੋੜ੍ਹਾ ਜਿਹਾ ਬੈਲੈਂਸ ਰੱਖਾਂਗੇ ਤਾਂ ਸਿਹਤ ਠੀਕ ਹੋਊਗੀ। ਉਸੇ ਤਰ੍ਹਾਂ ਬੇਟਾ ਜ਼ਿੰਦਗੀ ਵਿੱਚ ਬੈਲੈਂਸ ਚਾਹੀਦਾ ਆਪਾਂ ਨੂੰ। ਜੀ ਬਾਬਾ ਜੀ ਹਮੇਸ਼ਾ ਦਇਆ ਮਿਹਰ ਦੀ ਬਖਸ਼ਿਸ਼ ਦਾਸ ਤੇ ਫੈਮਿਲੀ ਤੇ ਕਰਿਓ ਤੇ ਹਮੇਸ਼ਾ ਆਪਣੇ ਨਾਲ ਇਸ ਤਰ੍ਹਾਂ ਹੀ ਲਾ ਕੇ ਰੱਖਿਓ ਬਸ। Baba ji, I am a cooperative audit inspector and my work usually completes within 3 to 4 months, but I will have to provide the attendance for the whole 12 months. So my question is that whether this salary, the 8 to 9 months, that is what we call hak halal ki kamai. नहीं होता हूँ। If they have kept you for the full year and they are paying you for the full year, and if you complete your work faster, then there's no problem. But Baba ji, we will have to provide the attendance for the whole year na, so we will have to park some fake entries also. नहीं, फेक फूक ना करो बेटा। Always do the right thing. Don't do anything wrong. Okay, thank you. Yeah. ਸ਼ੁਕਰੀਆ ਬਾਬਾ ਜੀ, ਥੈਂਕ ਯੂ ਬਾਬਾ ਜੀ। ਮੈਨੂੰ ਔਗਣਾਂ ਦੀ ਭਰੀ ਹੋਈ ਨੂੰ ਵੀ ਤੂੰ ਮੌਕਾ ਦਿੱਤਾ ਬਾਬਾ ਜੀ ਅੱਜ। ਕਿਹਦੇ ਚ ਔਗਣ ਨਹੀਂ ਗਏ ਇੱਥੇ ਬਾਬਾ ਜੀ ਬਸ ਬੇਟਾ? ਆਪਾਂ ਸਾਰੇ ਹੀ ਜੇ ਆਪਾਂ ਇੱਥੇ ਬੈਠੇ ਹਾਂ ਤਾਂ ਔਗਣਾ ਕਰਕੇ ਬੈਠੇ ਹਾਂ। ਜੇ ਸਾਡੇ ਚ ਔਗਣ ਨਾ ਹੁੰਦੇ ਤਾਂ ਆਪਾਂ ਤਾਂ ਮਾਲਿਕ ਕੋਲੇ ਬੈਠੇ ਹੁੰਦੇ ਬੇਟਾ। ਬਾਬਾ ਜੀ ਸਿਮਰਨ ਸੇਵਾ ਦੋ ਚੀਜ਼ਾਂ ਦੇ ਦੇ ਬਾਬਾ। ਤੁਸੀਂ ਆਪਣੇ ਵੱਲੋਂ ਬੇਟਾ ਆਪਾਂ ਕੋਸ਼ਿਸ਼ ਕਰੀਏ, ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਉਹ ਆਪਣੇ ਆਪ ਬਖਸ਼ਿਸ਼ ਕਰੂਗਾ। ਬਸ ਅੰਤ ਵੇਲੇ ਲੈਣ ਆ ਜਾਣਾ ਬਾਬਾ ਜੀ, ਨਾਲ ਲੈ ਜਾਣਾ ਸੱਚਖੰਡ ਬਾਬਾ ਜੀ। ਅੱਜ ਜ਼ਿੰਦਗੀ ਤੇਰੇ ਲੇਖੇ ਲਾਉਣਾ ਚਾਹੁੰਦੀ ਹਾਂ। ਇੱਕ ਚੀਜ਼ ਤੁਸੀਂ ਸਾਰੇ ਸਮਝੋ, ਮਾਲਿਕ ਹਰੇਕ ਨੂੰ ਲੈਣ ਆਉਂਦਾ, ਉਹਦੇ ਵਾਸਤੇ ਸਾਰੇ ਆਪਣੇ ਆ, ਕੋਈ ਬਗਾਨਾ ਨਹੀਂ ਉਹਦੇ ਕੋਲੇ। ਠੀਕ ਹੈ। ਹੁਣ ਮਕਸਦ ਇਹ ਹੈ ਕਿ ਜਿਹਨੇ ਤਾਂ ਜਿੰਦੇ ਜੀ ਰਿਸ਼ਤਾ ਜੋੜ ਲਿਆ ਉਹ ਤਾਂ ਪਹਿਚਾਨ ਲੈਂਦਾ ਹੈ, ਜਿਹਨੇ ਰਿਸ਼ਤਾ ਹੀ ਨਹੀਂ ਜੋੜਿਆ ਉਹ ਪਹਿਚਾਨਦਾ ਨਹੀਂ। ਇਹ ਨਹੀਂ ਕਿ ਮਾਲਿਕ ਨਹੀਂ ਆਉਂਦਾ। ਸੋ ਆਪਾਂ ਤਾਂ ਜਿੰਦੇ ਜੀ ਰਿਸ਼ਤਾ ਜੋੜਾਂਗੇ, ਸਾਨੂੰ ਪਹਿਚਾਨ ਆ ਜਾਊਗੀ, ਆਊਗਾ ਸਾਰਿਆਂ ਵਾਸਤੇ। ਬਾਬਾ ਜੀ ਬੇਟੀਆਂ ਨੇ ਦੁੱਖ ਪਿਓ ਕੋਲ ਸੁਣਾਉਣੇ ਆ, ਹੋਰ ਕਿਹਦੇ ਕੋਲੇ ਸੁਣਾਉਣੇ ਆ? ਕੋਈ ਦੁੱਖ ਨਹੀਂ, ਜੇ ਆਪਾਂ ਦੇਖੀਏ ਤਾਂ ਕੋਈ ਦੁੱਖ ਨਹੀਂ। ਠੀਕ ਹੈ ਬਾਬਾ ਜੀ। ਆਪਾਂ ਤਾਂ ਉਹਦੀ ਰਜ਼ਾ ਵਿੱਚ ਰਹਿਣਾ ਬੇਟਾ। ਠੀਕ ਹੈ ਬਾਬਾ ਜੀ। ਬਾਬਾ ਜੀ ਬੇਟੇ ਦੀ ਜੋ ਵੀ ਚੱਲ ਰਹੀ ਆ ਉਹ ਤੂੰ ਹੀ ਬਸ ਆਪ ਹੀ ਕਰਨਾ, ਤੇਰਾ ਬੱਚਾ ਬਾਬਾ ਜੀ ਉਹ। ਸ਼ੁਕਰੀਆ ਬਾਬਾ ਜੀ ਰਾਜ ਸਵਾਮੀ। ਬਾਬਾ ਜੀ ਆਪਾਂ ਰੱਬ ਨੂੰ ਇਸ਼ਕ ਕਿਵੇਂ ਕਰ ਸਕਦੇ ਹਾਂ, ਪਿਆਰ ਕਿਵੇਂ ਕਰ ਸਕਦੇ ਹਾਂ? बेटा इश्क मजाजी और इश्क हकीकी। मजाज मतलब ਲੋੜ ਦੇ ਨਾਲ ਜੁੜਿਆ ਹੋਇਆ, ਕਦੇ ਹੋ ਜਾਂਦਾ, ਕਦੇ ਅਸੀਂ ਕਹਿੰਦੇ ਹਾਂ ਨਹੀਂ ਅੱਜ ਨਹੀਂ ਮਹਿਸੂਸ ਹੁੰਦਾ। ਇਸ਼ਕ ਹਕੀਕੀ ਉਹ ਸੱਚਾ ਇਸ਼ਕ ਹੈ ਬੇਟਾ, ਔਰ ਉਹ ਤੁਹਾਡੇ ਅੰਦਰੋਂ ਆਊਗਾ, ਕੋਈ ਦੇ ਨਹੀਂ ਸਕਦਾ। ਆਪਾਂ ਜਦੋਂ ਬੱਚਾ ਜਨਮ ਲੈਂਦਾ ਆਪਾਂ ਇਹ ਨਹੀਂ ਕਹਿੰਦੇ ਕਿ ਆ ਜਾ ਬਹਿ ਜਾ ਤੈਨੂੰ ਮੈਂ ਸਿਖਾਉਂਦਾ ਕਿ ਪਿਆਰ ਕਿਵੇਂ ਕਰੀਦਾ। ਜਿਵੇਂ ਜਿਵੇਂ ਉਹਦਾ ਮਾਂ ਬਾਪ ਦੇ ਨਾਲ ਰਿਸ਼ਤਾ ਜੁੜਦਾ ਹੈ, ਮਾਂ ਬਾਪ ਦੇ ਨਾਲ ਆਪਣਾ ਦੁੱਖ ਸੁੱਖ ਦੇਖਦਾ ਹੈ,
ਆਪਣੇ ਆਪ ਉਹਦੇ ਅੰਦਰੋਂ ਇੱਕ ਇਹੋ ਜਿਹੀ ਇਸ਼ਕ ਦੀ ਆਵਾਜ਼ ਉੱਠਦੀ ਹੈ, ਉਹਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਬੇਟਾ। ਸੋ ਇੱਥੇ ਵੀ ਆਪਣਾ ਡਾਕਟਰ ਜੌਨਸਨ ਹੁੰਦਾ ਸੀ, ਉਹਨੇ ਵੱਡੇ ਮਹਾਰਾਜ ਜੀ ਨੂੰ ਪੁੱਛਿਆ ਸੀ ਕਿ ਜੀ ਪਰਮਾਰਥ ਸਭ ਤੋਂ ਜ਼ਰੂਰੀ ਚੀਜ਼ ਕੀ ਹੈ? ਉਹਨਾਂ ਨੇ ਕਿਹਾ ਇਸ਼ਕ, ਪ੍ਰੇਮ, ਪਿਆਰ। ਤਾਂ ਉਹਨਾਂ ਨੇ ਕਿਹਾ ਜੀ ਕਿ ਕਿਵੇਂ ਮਿਲਦਾ? ਉਹ ਕਹਿੰਦੇ ਮੈਂ ਦਿੰਦਾ। ਤਾਂ ਉਹਨਾਂ ਨੇ ਕਿਹਾ ਮੈਨੂੰ ਵੀ ਦੇ ਦਿਓ। ਉਹ ਕਹਿੰਦੇ ਦੇਖੋ, ਜਿਵੇਂ ਤੁਸੀਂ ਨੌਕਰੀ ਕਰਦੇ ਹੋ ਨਾ, ਤਾਂ ਉਹਦੇ ਏਵਜ਼ ਵਿੱਚ ਤੁਹਾਨੂੰ ਤਨਖਾਹ ਮਿਲਦੀ ਹੈ, ਤੁਸੀਂ ਭਜਨ ਸਿਮਰਨ ਕਰੋਗੇ, ਉਹਦੇ ਏਵਜ਼ ਵਿੱਚ ਤੁਹਾਨੂੰ ਪਿਆਰ ਮਿਲੂਗਾ। ਜਦੋਂ ਬਾਬਾ ਜੀ ਆਪਾਂ ਭਜਨ ਸਿਮਰਨ ਤੇ ਬੈਠਦੇ ਹਾਂ, ਉਦੋਂ ਦਿਮਾਗ ਕਿਤੇ ਹੋਰ ਹੁੰਦਾ ਹੈ। ਇਹਦਾ ਵੀ ਕੋਈ ਆਸਾਨ ਤਰੀਕਾ ਦੱਸ ਦਿਓ ਕਿ ਸਿੱਧਾ ਉਹ। ਇਹ ਤਾਂ ਸਾਡੀ ਫਿਤਰਤ 'ਚ ਬਣ ਗਈ ਹੈ। ਜਦੋਂ ਨੌਕਰੀ 'ਤੇ ਬੈਠੇ ਹੁੰਦੇ ਆ, ਭਜਨ ਸਿਮਰਨ ਦੀ ਯਾਦ ਆਉਂਦੀ ਹੈ। ਭਜਨ ਸਿਮਰਨ 'ਚ ਬੈਠੇ ਹੁੰਦੇ ਆ, ਉਹਨਾਂ ਚੀਜ਼ਾਂ ਦੀ ਯਾਦ ਆਉਂਦੀ ਹੈ। ਬੇਟਾ ਜੋ ਕੰਮ ਕਰ ਰਹੇ ਹੋ ਉਹਦੇ ਧਿਆਨ 'ਚ ਕਰੋ। ਤੁਸੀਂ ਜਦੋਂ ਗੱਡੀ ਚਲਾਉਂਦੇ ਹੋ ਤਾਂ ਧਿਆਨ ਹੁੰਦਾ ਸੜਕ 'ਤੇ ਕਿ ਨਹੀਂ ਹੁੰਦਾ? ਹੁੰਦਾ ਜੀ। ਸੋ ਉਸੇ ਤਰ੍ਹਾਂ ਬੇਟਾ ਜੋ ਵੀ ਕੰਮ ਕਰ ਰਹੇ ਹੋ, ਜਦੋਂ ਦਫ਼ਤਰ ਵਿੱਚੋਂ, ਉਸ ਵਕਤ ਧਿਆਨ ਆਪਣੇ ਦਫ਼ਤਰ ਵਿੱਚ ਰੱਖੋ। ਘਰੇ ਹੋ, ਧਿਆਨ ਪਰਿਵਾਰ ਦੇ ਉੱਤੇ ਰੱਖੋ। ਭਜਨ ਸਿਮਰਨ 'ਚ ਬੈਠੇ ਹੋ, ਧਿਆਨ ਮਾਲਕ ਦੇ ਉੱਤੇ ਰੱਖੋ। ਆਪਣੀ ਦੇਰ ਮੇਰ ਬਣਾਏ ਰੱਖਣਾ। ਨਾਮਦਾਨ ਤੋਂ ਬਾਅਦ ਬਾਬਾ ਜੀ ਦਰਸ਼ਨ ਕਰਨ ਦਾ 22 ਸਾਲ ਬਾਅਦ ਮੌਕਾ ਮਿਲਿਆ ਹੈ, ਇੰਨੀ ਨਜ਼ਦੀਕ ਤੋਂ। ਬਹੁਤ ਹੀ ਖੁਸ਼ੀ ਹੋ ਰਹੀ ਹੈ ਔਰ ਤੁਹਾਡਾ ਲੱਖ ਲੱਖ ਸ਼ੁਕਰ ਕਰਦੀ ਹਾਂ। ਬਾਬਾ ਜੀ ਲੋਕ ਸੇਵਾ 'ਤੇ ਆਈ ਸੀ ਪਹਿਲੀ ਵਾਰ, ਤਾਂ ਇੱਕ ਅਜੀਬ ਅੰਦਰ ਪਿਆਰ ਜਾਗਿਆ ਸੀਗਾ ਅਤੇ ਬਹੁਤ ਖੁਸ਼ੀ ਹੋਈ ਸੀ। ਉਸ ਤੋਂ ਬਾਅਦ ਇੱਕ ਤਮੰਨਾ ਜਾਗੀ ਕਿ ਦੁਬਾਰਾ ਲੋਕ ਸੇਵਾ 'ਤੇ ਜਾਵਾਂ। ਅਤੇ ਬਾਬਾ ਜੀ 4 ਸਾਲ ਬਾਅਦ ਲੋਕ ਸੇਵਾ 'ਤੇ ਆਈ ਹਾਂ। ਸੇਵਾ ਕਰਨ ਵਾਸਤੇ ਆਏ ਹਾਂ, ਪਰ ਸੇਵਾ ਹੋ ਨਹੀਂ ਰਹੀ। ਸਰੀਰਕ ਤਕਲੀਫਾਂ ਇੰਨੀਆਂ ਜ਼ਿਆਦਾ ਨੇ। ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਬੇਟਾ। ਇੱਕ ਇੱਕ ਪੈਸਾ ਜੋੜ ਕੇ ਰੁਪਇਆ ਬਣਦਾ ਜੀ। ਠੀਕ ਹੈ ਨਾ? ਇਹ ਸਾਰਿਆਂ ਦੀ ਮਾਲਿਕ, ਸਾਰਿਆਂ ਦੀ ਅਵਸਥਾ ਜਾਣਦਾ ਕਿ ਆਪਾਂ ਕਿੰਨਾ ਕਰ ਸਕਦੇ ਹਾਂ। ਜਿੰਨਾ ਵੀ ਆਪਾਂ ਕਰ ਸਕਦੇ ਹਾਂ ਆਪਣੇ ਵੱਲੋਂ ਕਰਨਾ ਜੀ। ਮਹਾਰਾਜ ਜੀ ਕਿਹਾ ਕਰਦੇ ਸੀ, ਉਹ ਇੱਕ ਵਾਰੀ ਨਾ ਇੱਕ ਬਜ਼ੁਰਗ ਔਰਤ, ਮੇਰੇ ਖਿਆਲ ਹਿਮਾਚਲ ਤੋਂ ਸੀ, ਉਹ ਵਿਚਾਰੀ ਆਹਿਸਤਾ ਆਹਿਸਤਾ ਚੱਲ ਕੇ ਨਾ, ਤਾਂ ਉਦੋਂ ਮਹਾਰਾਜ ਜੀ ਖੁਦ ਬੈਠੇ ਕਰਦੇ ਸੀ, ਤਾਂ ਉਹਨੇ ਪਤਾ ਨਹੀਂ 1 ਰੁਪਇਆ ਵਿੱਚ ਪਾਇਆ। ਤਾਂ ਮਹਾਰਾਜ ਜੀ ਨੇ ਕਿਹਾ ਸੀ, ਮੈਨੂੰ ਸਾਰੀ ਕਰੋੜਾਂ ਤੋਂ ਇਹਦੀ ਜ਼ਿਆਦਾ ਕਦਰ ਹੈ। ਸੋ ਕਿਸ ਭਾਵਨਾ ਦੇ ਨਾਲ ਆਪਾਂ ਕਰਦੇ ਹਾਂ ਨਾ, ਉਹ ਬਹੁਤ ਜ਼ਰੂਰੀ ਹੈ। ਜੀ ਬਾਬਾ ਜੀ, ਇੱਕ ਆਸ ਰੱਖ ਕੇ ਆਈ ਹਾਂ ਅੱਜ। ਪਰਚੀ ਨਿਕਲਣ ਤੋਂ ਪਹਿਲਾਂ ਜਾਂ ਸੇਵਾ 'ਚ ਆਉਣ ਤੋਂ ਪਹਿਲਾਂ ਕੁਛ ਨਹੀਂ ਸੀ ਮਨ ਦੇ ਵਿੱਚ, ਪਰ ਇੱਕ ਆਸ ਅੱਜ ਜ਼ਰੂਰ ਜਾਗੀ ਹੈ। ਪੂਰੀ ਕਰ ਦੋਗੇ ਬਾਬਾ ਜੀ? ਇਹ ਡਿਪੈਂਡ ਕਰਦਾ ਆਪ ਜੀ ਦੀ ਰਹਿਮਤ ਦੀ ਇੱਕ ਨਜ਼ਰ ਚਾਹੀਦੀ ਹੈ। ਹੁਣ ਕਮੀ ਹੈ, ਉਹ ਹਜਮ ਨਹੀਂ ਸਾਡੇ ਤੋਂ ਹੁੰਦਾ। ਭਾਈ ਸਾਹਿਬ ਦਿੰਦਾ ਦੇ, ਲੈਂਦੇ ਥੱਕ ਪਾਏ। ਉਹ ਤਾਂ ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਉਹ ਤਾਂ ਉਦੋਂ ਦਾ ਦਿੰਦਾ ਆਇਆ, ਸਾਡੇ ਤੋਂ ਸੰਭਾਲਿਆ ਨਹੀਂ ਜਾਂਦਾ ਬੇਟਾ। ਅਸੀਂ ਤਾਂ ਸੋਚਦੇ ਹਾਂ ਕਿ ਮੁੱਠੀਆਂ ਦੇ ਨਾਲ ਸੰਭਾਲ ਲਵਾਂਗੇ। ਉਹਦੀ ਇੰਨੀ ਬਖਸ਼ਿਸ਼ ਹੈ ਕਿ ਆਪਾਂ ਤਾਂ ਪਤੀਲਾ ਰੱਖ ਲਈਏ ਫਿਰ ਵੀ ਨਹੀਂ ਸੰਭਾਲਿਆ ਜਾਣਾ। ਹਜ਼ਮ ਕਰਨ ਵਾਲੇ ਬਣੀਏ, ਕਦਰ ਕਰਨ ਵਾਲੀ ਬਣੀਏ ਆਪਾਂ। ਬਾਬਾ ਜੀ, ਇਸ ਸੰਸਾਰ ਤੋਂ ਸੁਹਾਗਣ ਬਣ ਕੇ ਜਾਣਾ ਚਾਹੁੰਦੇ ਹਾਂ, ਮੇਰੀ ਆਤਮਾ। ਬਾਬਾ ਜੀ, ਤੁਹਾਡੀ ਰਹਿਮਤ ਨਾਲ ਜਿੰਨੀ ਜ਼ਿੰਦਗੀ ਬੀਤੀ ਹੈ, ਬਹੁਤ ਵਧੀਆ ਬੀਤੀ ਹੈ। ਪਰ ਹੁਣ ਤੁਸੀਂ ਜਿਹੜੀ ਮੇਰੀ ਰਹਿੰਦੀ ਜ਼ਿੰਦਗੀ ਹੈ ਨਾ, ਉਹਦੇ ਵਿੱਚ ਤੁਸੀਂ ਮੇਰੇ ਦਿਲ ਦੀ ਖਿੜਕੀ ਵਿੱਚ ਇਸ ਤਰ੍ਹਾਂ ਫਿੱਟ ਹੋ ਜਾਵੋ ਕਿ ਮੈਂ ਅੱਖਾਂ ਖੋਲ੍ਹਾਂ ਤਾਂ ਤੁਸੀਂ ਵੀ ਕਹੋ, ਅੱਖਾਂ ਬੰਦ ਕਰਾਂ ਤਾਂ ਤੁਸੀਂ ਵੀ ਕਹੋ। ਹਾਂ, ਤੁਸੀਂ ਕਹੋ ਕਿ ਮੈਂ ਦਿਲ ਦਾ ਦਰਵਾਜ਼ਾ ਖੁੱਲ੍ਹਾ ਰੱਖਿਆ ਹੈ, ਆਓ ਤੁਸੀਂ ਅੰਦਰ। ਕਿਉਂ ਖਿੜਕੀ 'ਚੋਂ ਮੈਨੂੰ ਚੋਰਾਂ ਵਾਂਗੂ ਅੰਦਰ ਬੁਲਾਉਂਦੀ ਹੈ? ਤੁਹਾਡੀ ਹੋਰ ਰਹਿਮਤ ਹੈ, ਤੁਸੀਂ ਦਰਵਾਜ਼ਾ ਬਣਾ ਦੋਗੇ ਤਾਂ ਹੋਰ ਵਧੀਆ ਖੁਸ਼ੀ ਦੀ ਗੱਲ ਹੈ। ਸ਼ਾਬਾਸ਼। ਹਾਂ, ਇੱਕ ਮੈਨੂੰ ਪ੍ਰੇਮਾ ਭਗਤੀ ਬਖਸ਼ ਦੋ ਬਾਬਾ ਜੀ। ਕੋਈ ਇੱਕ ਬਾਬਾ ਜੀ, ਮੇਰੇ ਨਾ ਪਤਾ ਨਹੀਂ ਸੱਜੇ ਕੰਨ 'ਚ ਨਾ ਜਿਵੇਂ ਬੁਲਬੁਲੇ ਜੇ ਫੁੱਟਦੇ ਰਹਿੰਦੇ ਆ, ਪਤਾ ਤੁਸੀਂ ਨਹੀਂ। ਭੁੱਲ ਜਾਓ ਸੱਜੇ ਖੱਬੇ ਨੂੰ, ਬਸ ਧਿਆਨ ਇੱਥੇ ਰੱਖੋ ਬਸ। ਠੀਕ ਹੈ ਬਾਬਾ ਜੀ। ਸ਼ਹਿਨਸ਼ਾਹ, ਸ਼ੁਕਰ ਆ ਤੁਹਾਡਾ ਜਿਹੜਾ ਸਾਨੂੰ ਇੱਥੇ ਬੁਲਾਇਆ। ਸਰ ਦਇਆ ਕਰੋ, ਮਿਹਰ ਕਰੋ, ਭਜਨ ਸਿਮਰਨ ਕਰਨ ਦੀ ਬੇਟਾ ਮੇਰਾ ਸ਼ੁਕਰ ਕਿਉਂ ਕਰਦੇ ਹੋ? ਮੈਨੂੰ ਤਾਂ ਤੁਹਾਡਾ ਸ਼ੁਕਰ ਕਰਨਾ ਚਾਹੀਦਾ ਕਿ ਤੁਸੀਂ ਆ ਕੇ ਇੰਨੀ ਸੇਵਾ ਕਰਦੇ ਹੋ। ਤੁਹਾਡੇ ਸਿਰਾਂ ਦੇ ਉੱਤੇ ਤਾਂ ਮੈਂ ਰਾਜ ਕਰਦਾ, ਤਾਂ ਮੇਰਾ ਕਾਹਨੂੰ ਸ਼ੁਕਰ ਕਰਦੇ ਹੋ ਤੁਸੀਂ? ਬੇਟਾ ਭਜਨ ਸਿਮਰਨ ਕਰਨ ਦੀ ਬਲਤਾ ਇੱਕ ਜਾਣਾ ਨਹੀਂ ਕਰ ਸਕਦਾ, ਇਹ ਤੁਸੀਂ ਕਰਦੇ ਹੋ ਕੰਮ। ਉਹ ਮੋਹਰ ਮੇਰੀ ਲੱਗ ਜਾਂਦੀ ਹੈ, ਵਾਹ ਮੇਰੀ ਹੋ ਜਾਂਦੀ ਹੈ। ਮੈਨੂੰ ਤੁਹਾਡਾ ਸ਼ੁਕਰ ਕਰਨਾ ਚਾਹੀਦਾ ਸਗੋਂ। ਸ਼ਹਿਨਸ਼ਾਹ ਦੇ ਦਰਬਾਰ 'ਚ ਆਇਆ, ਮੁਜਰਮ ਤੁਹਾਡਾ ਹਾਜ਼ਰ ਆ। ਜਿਹੜੇ ਡਾਕੂ ਆ ਫੜ ਲਓ, ਹੁਣ ਕਦੋਂ ਫੜਨੇ ਆ ਜੀ? ਇੱਥੇ ਬੇਟਾ ਪਿਆਰ ਵਿੱਚ ਕੋਈ ਮੁਜਰਮ ਨਹੀਂ ਹੁੰਦਾ, ਇੱਥੇ ਪਿਆਰ ਵਿੱਚ ਪਿਆਰ ਹੀ ਹੁੰਦਾ ਬੇਟਾ। ਆਪਾਂ ਤਾਂ ਉਸ
ਪਿਆਰ ਨੂੰ ਹਜਮ ਕਰਨਾ ਹੈ। ਪਿਆਰ ਨੂੰ ਹਜਮ ਕਰਾਂਗੇ ਬੇਟਾ, ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ। ਪਰਿਵਾਰ ਤੇ ਬੱਚਿਆਂ ਤੇ ਨਾਮਦਾਨ ਦੀ ਬਖਸ਼ਿਸ਼ ਕਰੋ ਸਰ। ਬਹੁਤ ਬਹੁਤ ਸ਼ੁਕਰੀਆ ਬਾਬਾ ਜੀ, ਇਹ ਮੌਕਾ ਬਖਸ਼ਿਆ। ਇੱਕ ਬੇਨਤੀ ਹੈ ਬਸ ਬਾਬਾ ਜੀ, ਚਾਹੇ ਮੰਦੇ ਆ ਚਾਹੇ ਚੰਗੇ ਆ, ਬਸ ਸਾਨੂੰ ਆਪਣੇ ਆਪ ਤੋਂ ਜੁਦਾ ਨਾ ਕਰਿਓ ਬਾਬਾ ਜੀ, ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ। ਬੇਟਾ ਮਾਂ-ਬਾਪ ਵਾਸਤੇ ਉਹ ਕਦੇ ਵੀ ਨਹੀਂ ਪਰਖ ਕਰਦੇ ਕਿ ਬੱਚੇ ਚੰਗੇ ਆ ਕਿ ਮਾੜੇ ਆ। ਉਹਨਾਂ ਵਾਸਤੇ ਬੱਚੇ ਆ, ਠੀਕ ਹੈ ਨਾ, ਔਰ ਬੱਚੇ ਦੇ ਨਾਲ ਪਿਆਰ ਹੀ ਕਰਨਾ ਉਹਨਾਂ ਨੇ। ਇਹ ਮੰਦਾ ਚੰਗਾ ਅਸੀਂ ਬਣਾ ਲੈਂਦੇ ਹਾਂ ਬੇਟਾ। ਜੇ ਆਪਾਂ ਆਪਣੇ ਵੱਲੋਂ ਪਿਆਰ ਕਰਾਂਗੇ ਔਰ ਖੁੱਲ੍ਹੇ ਦਿਲ ਨਾਲ ਪਿਆਰ ਕਰਾਂਗੇ, ਉਹਨੂੰ ਸਭ ਕੁਝ ਕਬੂਲ ਹੈ ਬੇਟਾ। ਵੱਡੇ ਮਹਾਰਾਜ ਜੀ ਕਿਹਾ ਕਰਦੇ ਸੀ, ਆਪਣੀਆਂ ਖੁਸ਼ੀਆਂ ਲੈ ਕੇ ਆਓ, ਆਪਣੇ ਦੁੱਖ ਲੈ ਕੇ ਆਓ, ਆਓ ਤਾਂ ਸਹੀ। ਪਰਮਾਰਥ ਦਾ ਬਲ ਬਖਸ਼ੋ ਬਾਬਾ ਜੀ, ਗੁਰੂ ਘਰ ਨਾਲ ਜੋੜ ਕੇ ਰੱਖਿਓ। ਬਾਬਾ ਜੀ ਮੈਨੂੰ ਨਾਲ ਲੈ ਕੇ ਜਾਇਓ ਬਾਬਾ ਜੀ, ਨਾਲ ਛੱਡਿਓ ਨਾ ਬਾਬਾ ਜੀ ਮੈਨੂੰ। ਬਾਬਾ ਜੀ ਮੈਂ ਇੱਥੇ ਨਹੀਂ ਰਹਿਣਾ ਬਾਬਾ ਜੀ, ਬਾਬਾ ਜੀ ਤੁਸੀਂ ਤੇ ਮੈਂ ਉੱਥੇ ਇਕੱਠੇ ਰਹਾਂਗੇ ਬਾਬਾ ਜੀ। ਬਾਬਾ ਜੀ ਮੈਨੂੰ ਛੱਡਿਓ ਨਾ ਬਾਬਾ ਜੀ, ਕਦੇ ਵੀ ਬਾਬਾ ਜੀ। ਬੇਟਾ ਮਾਂ-ਬਾਪ ਨਹੀਂ ਬੱਚਿਆਂ ਨੂੰ ਛੱਡਦੇ, ਬੱਚੇ ਛੱਡ ਜਾਂਦੇ ਆ ਬੇਟਾ। ਬਜ਼ੁਰਗ ਨਾ ਤੁਸੀਂ ਦੇਖੋਗੇ ਜਿਵੇਂ ਜਿਵੇਂ ਅੱਗੇ ਵੱਧਦੇ ਆ, ਉਹਨਾਂ ਦਾ ਖਿਆਲ ਨਾ ਦੁਨੀਆ 'ਚੋਂ ਨਿਕਲ ਕੇ ਤਾਂ ਬੱਚਿਆਂ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਬੱਚੇ ਜਿਵੇਂ ਜਿਵੇਂ ਵੱਡੇ ਹੁੰਦੇ ਆ, ਉਹਨਾਂ ਦਾ ਖਿਆਲ ਦੁਨੀਆ 'ਚ ਫੈਲਦਾ ਜਾਂਦਾ ਬੇਟਾ। ਸੋ ਇਹ ਤਾਂ ਤੁਹਾਡੇ ਉੱਤੇ ਮੁਨਸਰ ਹੈ, ਆਪਾਂ ਕਦੇ ਉਂਗਲੀ ਨਾ ਛੱਡੀਏ ਉਹਦੀ ਬਸ। ਮੇਰੇ ਕਰਮਾਂ ਵੱਲ ਨਾ ਵੇਖਿਓ, ਮੇਰੇ ਕਰਮਾਂ ਵੱਲ ਨਾ ਵੇਖਿਓ ਬਾਬਾ ਜੀ। ਨਹੀਂ ਬੇਟਾ, ਮਾਲਿਕ ਨੇ ਜ਼ਿੰਦਗੀ ਦਿੱਤੀ ਹੈ ਸਿੱਖਣ ਵਾਸਤੇ, ਠੀਕ ਹੈ ਨਾ। ਜੇ ਆਪਾਂ ਸਿੱਖਾਂਗੇ ਉਹ ਕਾਹਦੇ ਵਾਸਤੇ ਦੇਖੂਗਾ, ਪਰ ਜੇ ਆਪਾਂ ਸਿੱਖਾਂਗੇ ਨਹੀਂ, ਉਹੀ ਆਪਾਂ ਚੀਜ਼ਾਂ ਦੁਹਰਾਉਂਦੇ ਰਵਾਂਗੇ, ਫਿਰ ਬੋਝ ਸਾਨੂੰ ਚੁੱਕਣਾ ਪਊਗਾ ਬੇਟਾ। ਸਿੱਖੋ ਜ਼ਿੰਦਗੀ। ਬਾਬਾ ਜੀ ਸਤਸੰਗ ਵਿੱਚ ਜਿੱਦਾਂ ਤੁਸੀਂ ਹਰ ਗੱਲ ਬਹੁਤ ਸੋਹਣੇ ਤਰੀਕੇ ਨਾਲ ਖੋਲ੍ਹ ਕੇ ਸਮਝਾਉਂਦੇ ਹੋ ਸਾਨੂੰ, ਉਹ ਉਸ ਵੇਲੇ ਬਹੁਤ ਅੱਛੀ ਸਮਝ ਆਉਂਦੀ ਹੈ ਸਭ ਕੁਝ, ਪਰ ਬਾਅਦ ਵਿੱਚ ਜਦੋਂ ਜ਼ਿੰਦਗੀ 'ਚ ਇੰਪਲੀਮੈਂਟ ਕਰਦੇ ਹਾਂ ਉਹ ਡਾਮਾਡੋਲ ਹੋ ਜਾਂਦੇ ਹਾਂ, ਕੰਪਰੋਮਾਈਜ਼ ਕਰਨ ਲੱਗ ਜਾਂਦੇ ਹਾਂ। ਬੇਟਾ ਦੇਖੋ, ਇੱਕ ਚੀਜ਼ ਮੈਨੂੰ ਦੱਸੋ, ਇੱਕ ਪਾਸੇ ਆਪਾਂ ਕਹਿੰਦੇ ਹਾਂ ਮਾਲਿਕ ਨੇ ਕਿਸਮਤ ਬਣਾਈ ਹੈ ਜੀ, ਠੀਕ ਹੈ। ਹੁਣ ਜੋ ਮਾਲਿਕ ਨੇ ਬਣਾਈ ਹੈ ਜਾਂ ਜੋ ਕਰਦਾ ਹੈ, ਉਹਦੇ ਖਿਲਾਫ ਕੋਈ ਜਾ ਸਕਦਾ ਹੈ? ਨਹੀਂ। ਜੋ ਕਿਸਮਤ 'ਚ ਲਿਖਿਆ ਮਿਲਣਾ ਤਾਂ ਉਨਾ ਹੀ ਹੈ ਜੀ। ਜੇ ਆਪਾਂ ਉਹਦੇ ਭਾਣੇ ਵਿੱਚ, ਉਹਦੀ ਹੁਕਮ ਵਿੱਚ ਰਵਾਂਗੇ, ਉਹਦੇ 'ਚੋਂ ਖੁਸ਼ੀ ਮਿਲੂਗੀ। ਉਲੰਘਣਾ ਕਰਾਂਗੇ, ਬੋਝ ਹੋਰ ਵਧੂਗਾ, ਦੁੱਖ ਵਧਣਗੇ, ਰਹਿਣਾ ਫਿਰ ਵੀ ਉਨਾ ਹੀ ਹੈ। ਆਪਾਂ ਕਿਉਂ ਕੰਪਰੋਮਾਈਜ਼ ਕਰਦੇ? ਡਾਮਾਡੋਲ ਹੋ ਜਾਂਦੇ ਬਾਬਾ ਜੀ। ਨਹੀਂ ਬੇਟਾ, ਕਿਉਂ? ਜਦੋਂ ਆਪਾਂ ਕਹਿੰਦੇ ਉਹਦੇ ਭਾਣੇ ਦੇ ਨਾਲ ਸਾਰਾ ਕੁਝ ਹੋਣਾ ਹੈ, ਤਾਂ ਉਹਦੇ ਹੁਕਮ ਵਿੱਚ ਰਹੀਏ ਫਿਰ ਬੇਟਾ। ਹੁਕਮ ਮੰਨੀਏ, ਪਾਈਏ। ਹਾਂਜੀ, ਫਿਰ ਕਿੰਨੀਆਂ ਕੁ ਸੜਕਾਂ ਰਹਿ ਗਈਆਂ? ਇਹ ਸੱਚਖੰਡ ਵਾਲੀ ਸੜਕ ਦੇ ਉੱਤੇ ਵੀ ਤੁਸੀਂ ਜਾ ਕੇ ਲੁੱਕ ਲਾਓਗੇ?